ਪ੍ਰੋਬਿਲਟੀ ਦਾ ਸਟਾਰਟ ਕਰਨ ਲੱਗੇ ਆ। ਮੈਂ ਕੱਲ ਬਰਨੌਲੀ ਡਿਸਟ੍ਰੀਬਿਊਸ਼ਨ ਕਰਵਾਤੀ ਸੀਗੀ। ਬਾਈਨੋਮੀਅਲ ਡਿਸਟ੍ਰੀਬਿਊਸ਼ਨ ਮੈਂ ਅੱਜ ਸ਼ੁਰੂ ਕਰਨ ਲੱਗਾ। ਬਾਈਨੋਮੀਅਲ ਡਿਸਟ੍ਰੀਬਿਊਸ਼ਨ ਅੱਜ ਆਪਣੇ 2 ਲੈਕਚਰ ਆ ਅਤੇ ਕਾਫੀ ਕੰਮ ਆਪਾਂ ਕਰਾਂਗੇ ਅੱਜ। ਠੀਕ ਆ, ਦੇਖਦੇ ਹਾਂ ਕਿੰਨਾ ਕੁ ਹੁੰਦਾ। ਅੱਛਾ, ਬਾਈਨੋਮੀਅਲ ਡਿਸਟ੍ਰੀਬਿਊਸ਼ਨ ਕੀ ਹੁੰਦਾ? ਜਿਵੇਂ ਇਹ ਤੁਹਾਡੀ ਬੁੱਕ ਆ, ਬੁੱਕ 'ਚ ਇੱਥੇ 157 ਪੇਜ 'ਤੇ ਬਾਈਨੋਮੀਅਲ ਡਿਸਟ੍ਰੀਬਿਊਸ਼ਨ ਲਿਖੀ ਹੋਈ ਆ। ਮੈਂ ਸਟੇਟਮੈਂਟ ਪੜ੍ਹ ਕੇ ਆਪਾਂ ਥੋੜ੍ਹਾ ਜਿਹਾ ਡਿਸਕਸ ਕਰੀਏ ਇਹਦੇ ਬਾਰੇ। ਲੈਟ ਇੱਕ ਚੀਜ਼ ਆ ਰਾਜੇ, ਕੁਐਸਚਨ ਆ ਜਿਹੜਾ ਨਾ, ਮੈਂ ਪ੍ਰੋਪਰਟੀਆਂ ਵੀ ਦੱਸੂਗਾ। ਇੱਕ ਬੁੱਕ ਆ ਪ੍ਰੋਬੇਬਿਲਿਟੀ ਫॉर ਡਮੀਜ਼, ਪ੍ਰੋਬੇਬਿਲਿਟੀ ਫॉर ਡਮੀਜ਼। ਉਸ ਬੁੱਕ 'ਚ ਇਹ ਕੰਡੀਸ਼ਨਾਂ ਲਿਖੀਆਂ ਹੁੰਦੀਆਂ। ਮੈਂ ਲੱਭ ਕੇ ਤੁਹਾਨੂੰ ਕਰਵਾਊਂਗਾ, ਕੋਈ ਗੱਲ ਨਹੀਂ। ਮੇਰੇ ਕੋਲ ਬੁੱਕ ਹੈਗੀ ਆ ਉਹ PDF, ਅਤੇ ਉਹਦੇ 'ਚ ਕੰਡੀਸ਼ਨਾਂ ਲਿਖੀਆਂ ਤੁਹਾਨੂੰ ਲੱਭਣੀਆਂ ਨਹੀਂ ਆ, ਕਿਉਂਕਿ ਬੁੱਕ ਉਹ ਇੱਦਾਂ ਲੱਗੂਗਾ ਜਿਵੇਂ ਤੁਹਾਨੂੰ ਜਿਵੇਂ ਜਨਰਲ ਇੰਗਲਿਸ਼ ਦੀ ਬੁੱਕ ਹੁੰਦੀ ਹੈ ਇਹੋ ਜਿਹੀ ਲੱਗੂਗੀ, ਪਰ ਉਹ ਐਕਚੁਅਲ 'ਚ ਪ੍ਰੋਬੇਬਿਲਿਟੀ ਦੀ ਬੁੱਕ ਆ। ਅਤੇ ਉਹਦੇ 'ਚ ਥੋੜ੍ਹਾ ਜਿਹਾ ਡਿਟੇਲ ਨਾਲ ਲੱਭਣਾ ਪੈਂਦਾ ਵੀ ਕਿਹੜੀ ਕਿਉਂਕਿ ਕੁਐਸਚਨਾਂ 'ਚ ਰਾਜੇ ਪ੍ਰੋਬਲਮ ਪਤਾ ਕੀ ਆਉਂਦੀ ਹੁੰਦੀ ਆ। ਕੁਐਸਚਨਾਂ 'ਚ ਬਾਈਨੋਮੀਅਲ ਡਿਸਟ੍ਰੀਬਿਊਸ਼ਨ ਦਾ ਕੁਐਸਚਨ ਆ ਕਿ ਇਹ ਪੋਇਜ਼ਨ ਦਾ ਜਾਂ ਇਹ ਆਪਣੀ ਬਰਨੌਲੀ ਦਾ ਜਾਂ ਇਹ ਡਿਸਕਸ ਕੁਐਸਚਨ ਨੂੰ ਦੇਖ ਕੇ ਪਤਾ ਨਹੀਂ ਲੱਗਦਾ ਕਈ ਵਾਰੀ ਸਟੂਡੈਂਟਸ ਨੂੰ। ਸੋ ਉੱਥੇ ਇਹ ਚੀਜ਼ ਦਾ ਬਹੁਤ ਧਿਆਨ ਆਪਾਂ ਨੂੰ ਰੱਖਣਾ ਪੈਣਾ ਵੀ ਕਿਹੜੀ ਡਿਸਟ੍ਰੀਬਿਊਸ਼ਨ ਦਾ। ਜੇ ਬਾਈ ਚਾਂਸ ਤੁਸੀਂ ਡਿਸਟ੍ਰੀਬਿਊਸ਼ਨ ਗਲਤ ਚੁਣ ਲਈ, ਤੁਹਾਡਾ ਕੁਐਸਚਨ ਗਿਆ। ਅਤੇ ਇਹ ਸਾਰੀ ਪ੍ਰੋਬੇਬਿਲਿਟੀ ਦੀ ਬੁੱਕ ਕੁਐਸਚਨਾਂ ਨਾਲ ਹੀ ਭਰੀ ਪਈ ਹੈ। ਸੋ ਇਹ ਚੀਜ਼ ਆਪਾਂ ਖਾਸ ਇਹ ਚੀਜ਼ ਦਾ ਧਿਆਨ ਰੱਖਣਾ ਵੀ ਇਹ ਜਿਹੜਾ ਕੁਐਸਚਨ ਬਣ ਗਿਆ ਇਹ ਬਾਈਨੋਮੀਅਲ ਦਾ ਹੀ ਕਿਉਂ ਆ, ਇਹ ਪੋਇਜ਼ਨ ਦਾ ਹੀ ਕਿਉਂ ਆ। ਠੀਕ ਹੈ, ਖਾਸ ਤੌਰ 'ਤੇ ਜਿੱਥੋਂ ਤੱਕ ਮੈਨੂੰ ਲੱਗਦਾ ਐਕਸਪੋਨੈਂਸ਼ੀਅਲ ਡਿਸਟ੍ਰੀਬਿਊਸ਼ਨ ਇੱਕ ਆਉਂਦੀ ਹੁੰਦੀ ਆ, ਉਹਦੇ ਬਾਰੇ ਮੈਨੂੰ ਕਿਸੇ ਬੁੱਕ 'ਚ ਨਹੀਂ ਮਿਲਿਆ ਵੀ ਇਹਦਾ ਕੁਐਸਚਨ ਕਿਵੇਂ ਆਈਡੈਂਟੀਫਾਈ ਕਰੀਦਾ। ਪਰ ਫਿਰ ਵੀ ਆਪਾਂ ਥੋੜ੍ਹਾ ਬਹੁਤਾ ਆਈਡੀਆ ਪਿਛਲੇ ਕੁਐਸਚਨ ਪੇਪਰ ਨੂੰ ਦੇਖ ਕੇ ਜਾਂ ਕੁਐਸਚਨਾਂ ਨੂੰ ਦੇਖ ਕੇ ਆਈਡੀਆ ਉਹਦਾ ਲੱਗ ਜਾਂਦਾ। ਠੀਕ ਆ, ਕੁਛ ਹੱਦ ਤੱਕ ਲੱਗ ਜਾਂਦਾ ਪਤਾ ਵੀ ਜਾਂਦਾ। ਕਈ ਵਾਰੀ ਉਹ ਮੈਨਸ਼ਨ ਹੀ ਕਰ ਦਿੰਦੇ ਆ ਵੀ ਦਿਸ ਵੇਰੀਏਬਲ ਫੋਲੋਜ਼ ਐਕਸਪੋਨੈਂਸ਼ੀਅਲ ਡਿਸਟ੍ਰੀਬਿਊਸ਼ਨ। ਉੱਥੇ ਆਪਣਾ ਇਹੋ ਜਿਹੇ ਕੁਐਸਚਨ ਮੈਂ ਦੇਖਿਆ ਜ਼ਿਆਦਾਤਰ ਉਹ ਮੈਨਸ਼ਨ ਹੀ ਕਰਦਾ ਉਹਦੇ 'ਚ। ਪਰ ਇਹ ਬਾਈਨੋਮੀਅਲ ਵਗੈਰਾ ਇਹਨਾਂ 'ਚ ਤਾਂ ਬਹੁਤ ਆਸਾਨੀ ਨਾਲ ਪਤਾ ਲੱਗ ਜਾਂਦਾ। ਦੇਖੋ ਇਹਦੀ ਸਟੇਟਮੈਂਟ 157 ਪੇਜ 'ਤੇ ਆਰਟੀਕਲ 2 ਆ ਜਿਹੜਾ, ਉਹ ਮੈਂ ਪੜ੍ਹਨ ਲੱਗਾ ਇਹ ਵਾਲਾ। ਲੈਟ ਏ ਰੈਂਡਮ ਐਕਸਪੈਰੀਮੈਂਟ ਬੀ ਪਰਫੋਰਮਡ n ਇੰਡੀਪੈਂਡੈਂਟ ਨੰਬਰ ਆਫ ਟਾਈਮਸ। ਮਤਲਬ n ਵਾਰ ਕੋਈ ਐਕਸਪੈਰੀਮੈਂਟ ਹੋਇਆ ਵਾ। ਠੀਕ ਹੈ, ਜਿਵੇਂ ਕੋਈ ਸਿੱਕਾ n ਵਾਰ ਉਛਾਲਿਆ ਜਾਵੇ ਜਾਂ ਕੋਈ ਬੋਲ n ਵਾਰ ਚੁਣੀ ਜਾਵੇ। ਅੱਛਾ, ਇਹ ਚੀਜ਼ਾਂ ਹੀ ਕੰਡੀਸ਼ਨਾਂ। ਹੁਣ ਕਈ ਵਾਰੀ ਇੱਕ ਐਕਸਪੈਰੀਮੈਂਟ ਇਨਫਾਈਨਾਈਟ ਵਾਰੀ ਹੁੰਦਾ। ਕਈ ਵਾਰੀ ਕੋਈ ਐਕਸਪੈਰੀਮੈਂਟ ਜਿਵੇਂ ਕੋਈ ਤੁਹਾਨੂੰ ਮੈਂ ਦੱਸਾਂ ਜਿਓਮੈਟ੍ਰਿਕ ਡਿਸਟ੍ਰੀਬਿਊਸ਼ਨ ਆਊਗੀ ਅੱਗੇ, ਉਹਦੇ 'ਚ ਐਕਸਪੈਰੀਮੈਂਟ ਇਨਫਾਈਨਾਈਟ ਵਾਰੀ ਹੁੰਦਾ। ਤਾਂ ਤੁਹਾਨੂੰ ਉੱਥੇ ਜਦੋਂ ਪੇਪਰ 'ਚ ਲਿਖਿਆ ਆ ਗਿਆ ਕੁਐਸਚਨ ਦੇ ਮੂਹਰੇ ਵੀ ਇੱਕ ਬੋਲ ਨੂੰ 10 ਵਾਰ ਉਛਾਲਿਆ ਗਿਆ, ਇਹਦਾ ਮਤਲਬ ਇਹ ਚੀਜ਼ ਤਾਂ ਕਨਫਰਮ ਹੋ ਗਈ ਕਿ ਉਹ ਜਿਓਮੈਟ੍ਰਿਕ ਡਿਸਟ੍ਰੀਬਿਊਸ਼ਨ ਨਹੀਂ ਗੀ। ਮੈਂ ਇਹ ਨਹੀਂ ਕਹਿ ਰਿਹਾ ਵੀ ਉੱਥੋਂ ਕਲੀਅਰ ਹੋ ਗਿਆ ਬਾਈਨੋਮੀਅਲ ਡਿਸਟ੍ਰੀਬਿਊਸ਼ਨ ਹੀ ਆ। ਇੰਨਾ ਸੌਖਾ ਨਹੀਂ ਹੈ। ਇੰਨਾ ਸੌਖਾ ਹੁੰਦਾ ਤਾਂ ਗੱਲ ਹੀ ਗਾਂਹ ਸੀਗੀ। ਜੇ ਕਿਸੇ ਗੇਂਦ ਨੂੰ 10 ਵਾਰ ਉਛਾਲਿਆ ਗਿਆ, ਦੈਟ ਮੀਨ 10 ਵਾਰ ਐਕਸਪੈਰੀਮੈਂਟ ਹੋਇਆ। ਇੱਥੋਂ ਇਹ ਪਤਾ ਲੱਗਿਆ ਕਿਉਂਕਿ ਇਹ ਪਤਾ ਲੱਗਦਾ ਵੀ ਜਿਓਮੈਟ੍ਰਿਕ ਡਿਸਟ੍ਰੀਬਿਊਸ਼ਨ ਨਹੀਂ ਹੈ, ਕਿਉਂਕਿ ਜਿਓਮੈਟ੍ਰਿਕ ਡਿਸਟ੍ਰੀਬਿਊਸ਼ਨ 'ਚ ਟਰਾਇਲਸ ਆ ਜਿਹੜੇ ਟਰਾਈ ਕਰਦੇ ਹਾਂ ਆਪਾਂ, ਉਹ ਇਨਫਾਈਨਾਈਟ ਵਾਰ ਕਰਦੇ ਹਾਂ। ਪਰ ਹੋ ਸਕਦਾ ਉਹ ਬਾਈਨੋਮੀਅਲ ਹੋਵੇ, ਹੋ ਸਕਦਾ ਉਹ ਪੋਇਜ਼ਨ ਹੋਵੇ। ਪੋਇਜ਼ਨ 'ਚ ਵੀ ਇਨਫਾਈਨਾਈਟ ਵਾਰੀ ਹੁੰਦਾ। ਪਰ ਸੋ ਇਹ ਡਿਪੈਂਡ ਕਰਦਾ, ਆਪਾਂ ਨੂੰ ਬਹੁਤ ਅੱਖਾਂ ਖੋਲ੍ਹ ਕੇ ਉੱਥੇ ਰੱਖਣੀਆਂ ਪੈਣੀਆਂ ਵੀ ਇੱਕ ਨਿੱਕੀ ਨਿੱਕੀ ਚੀਜ਼ ਨੋਟ ਕਰਨੀ ਪੈਣੀ ਆਪਾਂ ਨੂੰ ਬਈ ਕਿਹੜੀ ਡਿਸਟ੍ਰੀਬਿਊਸ਼ਨ 'ਚ ਕੀ ਹੁੰਦਾ। ਸੋ ਇਹਦੇ 'ਚ n ਵਾਰ ਟਰਾਈ ਕਰਦੇ ਆ, ਮਤਲਬ ਫਾਈਨਾਈਟ ਨੰਬਰ ਆਫ ਟਾਈਮਸ, ਇਨਫਾਈਨਾਈਟ ਨਹੀਂ ਹੋਣਾ ਚਾਹੀਦਾ। ਈਚ ਰੈਪੀਟੇਸ਼ਨ ਬੀਂਗ ਕਾਲਡ ਏ ਟਰਾਇਲ ਐਂਡ ਲੈਟ ਦ ਅਕਰੈਂਸ ਆਫ ਐਨ ਈਵੈਂਟ ਇਜ਼ ਐਨੀ ਟਰਾਇਲ ਬੀ ਕਾਲਡ ਏ ਸਕਸੈਸ। ਜਾਣੀ ਕਿ ਕੋਈ ਈਵੈਂਟ ਜਿਹਦੀ ਆਪਾਂ ਵੇਟ ਕਰ ਰਹੇ ਹਾਂ, ਜਿਹੜਾ ਆਪਾਂ ਚਾਹੁੰਦੇ ਹਾਂ ਵੀ ਇਹ ਹੋ ਜੇ, ਉਹ ਕੀ ਹੋਊਗਾ? ਉਹ ਸਕਸੈਸ ਹੋਊਗੀ। ਐਂਡ ਇਟਸ ਨਾਨ ਅਕਰੈਂਸ ਏ ਫੇਲੀਅਰ। ਉਹ ਜੇ ਨਾ ਹੋਇਆ ਤਾਂ ਉਹ ਫੇਲੀਅਰ ਹੈ। ਇਫ P ਇਜ਼ ਅ ਪ੍ਰੋਬਿਲਟੀ ਆਫ ਸਕਸੈਸ ਇਨ ਐਨੀ ਟਰਾਇਲ ਐਂਡ Q ਵੀ ਦ ਪ੍ਰੋਬਿਲਟੀ ਆਫ ਫੇਲੀਅਰ। ਉਹ ਕਹਿੰਦਾ P ਹਰੇਕ ਟਰਾਇਲ 'ਚ ਪ੍ਰੋਬਿਲਟੀ ਆਫ ਸਕਸੈਸ ਹੈ, Q ਹਰੇਕ ਟਰਾਇਲ 'ਚ ਪ੍ਰੋਬਿਲਟੀ ਆਫ ਫੇਲੀਅਰ ਹੈ। ਦੈਨ ਹੁਣ ਕਹਿੰਦਾ ਅਸੀਂ ਫੰਕਸ਼ਨ ਬਣਾਇਆ ਤੁਹਾਡੇ ਵਾਸਤੇ ਇਹੋ ਜਿਹੇ ਕੁਐਸਚਨ ਨੂੰ ਸੋਲਵ ਕਰਨ ਵਾਸਤੇ। ਕੀ ਆ ਉਹ? ਕਹਿੰਦਾ X ਸਕਸੈਸ ਦੀ ਪ੍ਰੋਬਿਲਟੀ ਇਹਦੇ ਬਰਾਬਰ ਹੋਊਗੀ। ਮਤਲਬ ਉਹ ਕਹਿੰਦਾ ਇਹਨੂੰ ਅੱਡ ਵਾਰ ਹੱਲ ਕਰਨ ਦੀ ਲੋੜ ਨਹੀਂ ਹੈ। ਠੀਕ ਹੈ, ਸਿੱਧਾ ਹੀ ਕਹਿੰਦਾ ਬਸ ਇਹਨੂੰ ਵੈਲਿਊ ਨੂੰ ਇਹਨੂੰ ਪੁੱਟ ਕਰ ਦਿਓ ਵਿੱਚ, ਇਹਦੇ ਤੁਹਾਡੇ ਕੋਲ X ਸਕਸੈਸ ਦੀ ਪ੍ਰੋਬਿਲਟੀ ਆ ਜਾਊਗੀ। ਜਾਣੀ ਕਿ ਬਾਈਨੋਮੀਅਲ ਡਿਸਟ੍ਰੀਬਿਊਸ਼ਨ ਦੇ ਕੁਐਸਚਨ ਆ, ਉਹਦੇ 'ਚ ਕਿਹੜੀਆਂ ਚੀਜ਼ਾਂ ਆਪਾਂ ਓਬਜ਼ਰਵ ਕਰਦੇ ਹਾਂ? ਨੰਬਰ ਆਫ ਟਰਾਇਲਸ ਫਾਈਨਾਈਟ ਹੁੰਦੇ ਆ, ਪ੍ਰੋਬਿਲਟੀ ਆਫ ਸਕਸੈਸ ਹੁੰਦੀ ਹੈ, ਪ੍ਰੋਬਿਲਟੀ ਆਫ ਫੇਲੀਅਰ ਹੁੰਦੀ ਹੈ। ਠੀਕ ਹੈ,
बस ये 3 चीज़ां ही आईयां। तो एक चीज़ होर है इन्हें लिखी नहीं हुई, आ लिखती इत्थे प्रोबेबिलिटी ऑफ सक्सैस ते फेलीयर का जिहड़ा सम आ 1 हुंदा, यानी कि P+Q 1 आ, इत्थे भी P+Q 1 सीगा बरनौली डिस्ट्रीब्यूशन च भी। ठीक है, सक्सैस ते फेलीयर की प्रोबेबिलिटी का सम हमेशा 1 ही हुंदा, यानी कि ये चीज़ों को आपां ध्यान च रख के ये सारा करना। राजे देखो, जे मान लो कोई सिक्का उछालिया 3 टाइम्स, a coin is tossed 3 टाइम्स, तो की अपने को आऊगा एच एच एच, अगली बार आ जाए एच टेल ना, इनू एक सिस्टम च ले जाने एच एच टी टी एच एच। देखो मैं टी नू इधर इधर शिफ्ट करदा हाँ, अगली बार टी इत्थे आ गई, पहले इत्थे सी, फिर इत्थे आ गई, फिर सब तो मूरे आ गई। हुण अगले स्टैप च जिथे जिथे एच आ उत्थे उत्थे टी कर दो। जिथे जिथे एच आ टी करती, टी आ जिथे उत्थे एच करती, ये 6 हो गए। इस तो अलावा कुछ हो सकता? सॉरी 8 हो गए है ना, तो अपने को 4 उपर हो गए, 4 नीचे हो गए। हुण एक चीज़ देखो, जे मैं कहना एच मतलब हैड आंदी है जो, मतलब अकरेंस ऑफ हैड इज सक्सैस, दैन प्रोबेबिलिटी ऑफ हैड की है वैसे 1/2, ये होगी पी। तो टेल आने की प्रोबेबिलिटी जानी कि सक्सैस ना मिलने की प्रोबेबिलिटी कितनी होंगी, वो भी 1/2 ही होंगी। सो पी तो क्यू तो 1/2 हो गया। एक चीज़ देखो हुण, जे मैं कहां कि प्रोबेबिलिटी आपां नूं 2 सक्सैस मिलने की, 2 सक्सैस मिलने की की आऊगी, x = 2, मतलब 2 हैड आने की प्रोबेबिलिटी किमें आ सकती है, की हो सकता, मैनू एक गल दसो। सब तो पहला 2 हैड किमें आ सकते हैं, एग्जैक्टली 2 हैड, द प्रोबेबिलिटी ऑफ एटलीस्ट नहीं है। ये एक चीज़ याद रखियो, इत्थे एटलीस्ट नहीं है, एग्जैक्टली 2 है। एग्जैक्टली 2 मतलब ये जोड़ा 3 सक्सैस मिलिया हुई ना, इतने 3 बार हैड आई हुई है, तो ये केस आ जोड़ा बाहर हो गया एग्जैक्टली 2। सो किहड़े किहड़े ए वाले, हुण इहनूं किवें कैलकुलेट करिए राजे। देखो सब तो पहला की हो सकता, पहला हैड मिली, मैं तुहानूं बना के दिखाना, सक्सैस मिली, फिर हैड, फिर सक्सैस, फिर फेलीयर, एक तो ये चीज़ हो सकती है। फिर इत्थे प्लस पा के इहदी हैड सक्सैस, टी फेलीयर, फिर सक्सैस, फिर फेलीयर पहला, फिर हैड, फिर हैड। सो 2 सक्सैस इस तरीके मिल सकती 3 ट्रायल च। हो सकता पहले तो ही सक्सैस मिले, दूजी बार सक्सैस मिले, तीजी बार फेल, पहली बार सक्सैस, दूजी बार फेल, तीजी बार सक्सैस, तीजी बार सिटिया जो पहली बार फेल हो जाए, हो सकता दूजी बार पिछले 2 बारी सक्सैस हो जाए। सो 2 सक्सैस मिलने का तरीका यही है। ठीक है, ये तो मैं जस्ट उवें ड्रॉ किया सीगा अपने देखण नूं, ये चीज़ नूं, बस मैनू क्लीयर हो गया भी हो सकता। सिर्फ ये ध्यान दो, जो मैं सिक्का उछाला तो 2 सक्सैस किमें आ सकदियां, हो सकता पहली बार आ जाए, हो सकता है पहले तो तीजी बार आए, हो सकता दूजी तीजी बार आए। हुण देखो आपां तां प्रोडक्ट करनी है, सो प्रोडक्ट करके हो सकता है कि ये की बनूगा P² Q, ये की बनूगा P² Q, ये की बनूगा P² Q। हुण तुहानूं की लग्या कि प्रोबेबिलिटी नूं प्रोडक्ट क्यों कीता पिया, आए थोड़ी अपना घर का राज थोड़ी है भी प्रोडक्ट कर देंगे। आ देखो लिखा है इंडिपेंडेंट नंबर ऑफ ट्राइम्स, मतलब इंडिपेंडेंट ट्रायल्स आ ये। सो इत्थे प्रोडक्ट हो सकती है। सो जो प्रोडक्ट ही करनी है, 3 चीज़ां तो इक्को जिहियां ही हो गई, तो उस तो बाद इन्हूं सॉल्व करके करांगे, ये की बन गया 3P² Q, यानी कि 2 सक्सैस की प्रोबेबिलिटी की बन गई 3C। जे मैं राजे इनू 3 नूं इदां लिख ला 3C2, कोई फर्क पैंदा, कोई फर्क नहीं पैंदा। जे मैं उस तो बाद 3 की पावर इत्थे 2 लिखदा, P की पावर कोई फर्क नहीं पैंदा, Q की पावर 3 - 2 लिखदा, कोई फर्क नहीं पैंदा, यही चीज़ बन गई ना। सो इस चीज़ नूं ही ऑबजर्व करके इन्होंने बनाया प्रोबेबिलिटी 2 सक्सैस की यह सी, ते X सक्सैस की की आऊगी। देखो नंबर ऑफ ट्रायल्स किन्ने सीगे
3 ਵਾਰ ਸਿੱਕਾ ਉਛਾਲਿਆ, ਜੇ ਮੈਂ ਉਛਾਲੂੰਗਾ n ਵਾਰ, ਸੋ ਇੱਥੇ 3 ਦੀ ਜਗ੍ਹਾ n ਆ ਜਾਊਗਾ। ਸਕਸੈਸ ਇੱਥੇ 2 ਸੀ, ਜੇ ਮੈਂ ਇੱਥੇ x ਆ ਤੇ ਇੱਥੇ x ਆ ਜਾਊਗਾ। ਫਿਰ ਪ੍ਰੋਬਿਲਟੀ ਕੀ ਹੈ, ਇੱਥੇ x ਆ ਗਈ, ਫਿਰ ਇੱਥੇ q ਆ ਗਈ, ਇੱਥੇ n ਚੋਂ x ਬਾਹਰ ਕੱਢ ਦੋ। ਲਓ ਆਹ ਜਿਹੜਾ ਫੰਕਸ਼ਨ ਆ ਇਹਨਾਂ ਨੇ ਇਹਨੂੰ ਦੇਖ ਕੇ ਆਹ ਫੰਕਸ਼ਨ ਬਣਾ ਲਿਆ, ਕਹਿੰਦਾ ਇਹਨੂੰ ਫੋਲੋ ਕਰੋ, ਤੁਹਾਡੇ ਕੋਲ ਸਿੱਧਾ ਹੀ ਆਨਸਰ ਆ ਜਾਇਆ ਕਰੂਗਾ 3 ਸਕਸੈਸ ਦਾ 2 ਸਕਸੈਸ ਦਾ। ਜੇ ਤੁਹਾਨੂੰ ਲੱਗਦਾ ਰਾਜੇ ਇੱਕ ਚੀਜ਼ ਥੋੜ੍ਹੀ ਜਿਹੀ ਹੋਰ ਨੋਟ ਕਰ ਲਓ, ਜਿਹੜਾ ਉੱਪਰ ਮੈਂ ਇੱਥੇ ਸੈਂਪਲ ਲਿਖਿਆ ਸੀਗਾ, ਜੇ ਤੁਹਾਨੂੰ ਲੱਗਦਾ ਵੀ ਇਹਦੀ ਪ੍ਰੋਬਿਲਟੀ ਕੱਢੋ, 3 ਵਾਰ ਸਿੱਕਾ ਉਛਾਲਿਆ ਨਾ, ਤੁਸੀਂ ਐਸ ਸੈਂਪਲ ਸਪੇਸ ਬਣਾਇਆ, ਕੁਛ ਵੀ ਨਹੀਂ ਪਤਾ ਤੁਹਾਨੂੰ, ਇੱਕ ਸਿੰਗਲ ਚੀਜ਼ ਨਹੀਂ ਪਤਾ, ਮੈਂ ਸਿੱਧਾ ਹੀ ਪੁੱਛ ਲਿਆ ਬਾਈ ਇਹਦੀ ਪ੍ਰੋਬਿਲਟੀ ਦੱਸੋ। ਇੱਕ ਵਾਰੀ ਸਿੱਕਾ ਉਛਾਲਿਆ, 3 ਵਾਰ ਸਿੱਕਾ ਉਛਾਲਿਆ ਇੰਡੀਪੈਂਡੈਂਟਲੀ, ਠੀਕ ਹੈ, ਤਾਂ ਇਹਦੀ ਪ੍ਰੋਬਿਲਟੀ ਦੱਸੋ। ਤੁਸੀਂ ਕੀ ਕਰੋਗੇ, ਪ੍ਰੋਬਿਲਟੀ ਆਫ ਹੈਡ, ਪ੍ਰੋਬਿਲਟੀ ਆਫ ਹੈਡ, ਪ੍ਰੋਬਿਲਟੀ ਆਫ ਟੇਲ, ਕਿਉਂਕਿ ਮੈਨੂੰ ਪਤਾ ਜਦੋਂ ਸਿੱਕਾ ਇੰਡੀਪੈਂਡੈਂਟਲੀ ਉਛਾਲਿਆ ਗਿਆ ਦੈਟ ਮੀਨਸ ਇਹਨਾਂ ਤਿੰਨਾਂ ਦੀ ਪ੍ਰੋਬਿਲਟੀ ਦੀ ਪ੍ਰੋਡਕਟ ਹੋਣੀ ਆ, 100% ਪ੍ਰੋਡਕਟ ਹੋਣੀ ਆ। ਇਹ ਤੁਸੀਂ ਪਹਿਲਾਂ ਵੀ ਪੜ੍ਹਿਆ ਹੋਊਗਾ ਕਿਤੇ, ਪ੍ਰੋਬਿਲਟੀ A ਇੰਟਰਸੈਕਸ਼ਨ B ਹੁੰਦਾ ਸੀ ਨਾ, ਤੇ ਆਪਾਂ ਜਦੋਂ ਇਹਨਾਂ A ਤੇ B ਇੰਡੀਪੈਂਡੈਂਟ ਹੁੰਦੇ ਸੀ ਆਪਾਂ ਲਿਖ ਦਿੰਦੇ ਸੀ ਕਿ ਪ੍ਰੋਬਿਲਟੀ A ਤੇ B ਦੀ ਪ੍ਰੋਡਕਟ ਹੋ ਜਾਂਦੀ ਹੈ। ਰਾਜੇ ਜਿਹੜੀ A ਇੰਟਰਸੈਕਸ਼ਨ B ਹੈ ਨਾ, ਉਹਨੂੰ ਆਪਾਂ ਇੱਥੇ ਐਂ ਲਿਖਣ ਲੱਗ ਗਏ ਹਾਂ AB, ਮਤਲਬ ਇਹਦਾ ਸੇਮ ਹੀ ਹੈ। ਇਹ ਜਿਹੜਾ ਲਿਖਿਆ ਨਾ ਮੈਂ HHT, ਇਹਦਾ ਮਤਲਬ ਇਹੀ ਹੈ H ਇੰਟਰਸੈਕਸ਼ਨ T, ਪਰ ਲਿਖਣਾ ਨਹੀਂ ਆਪਾਂ ਇੱਥੇ, ਇਹ ਮਤਲਬ ਉਹੀ ਹੈ ਵੀ ਪਹਿਲਾਂ H ਹੋ ਗਿਆ, ਫਿਰ H ਹੋ ਗਿਆ, ਫਿਰ T ਹੋ ਗਿਆ। ਥੋੜ੍ਹਾ ਜਿਹਾ ਫਰਕ ਆ ਕਿ ਇੱਥੇ ਪੋਜੀਸ਼ਨ ਮੈਟਰ ਕਰਦੀ ਹੈ, ਵੀ ਪਹਿਲਾਂ H ਹੋਇਆ, ਫਿਰ H ਹੋਇਆ, ਫਿਰ T ਹੋਇਆ, ਇੱਥੇ ਨਹੀਂ ਮੈਟਰ ਕਰਦੀ ਸੀ। ਇੱਥੇ ਤਾਂ ਐਂ ਸੀ ਵੀ ਭਾਵੇਂ ਪਹਿਲਾਂ T ਹੋ ਜਾਂਦਾ, ਇਹਦਾ ਮਤਲਬ ਤਾਂ ਇਹ ਸੀਗਾ ਵੀ ਤਿੰਨੇ ਇਕੱਠੇ ਹੋ ਗਏ, ਪਰ ਇਹ ਚੀਜ਼ ਤਾਂ ਇੱਥੇ ਵੀ ਆ, ਹੋਏ ਤਾਂ ਇਹ ਵੀ ਤਿੰਨੇ ਇਕੱਠੇ ਆ, ਸੋ ਉਸ ਹਿਸਾਬ ਨਾਲ ਇਹ ਰੂਲ ਇੱਥੇ ਲੱਗਦਾ ਪ੍ਰੋਡਕਟ ਵਾਲਾ, ਠੀਕ ਹੈ। ਹੈਡ ਦੀ ਪ੍ਰੋਬਿਲਟੀ ਕਿੰਨੀ ਹੁੰਦੀ ਹੈ 1/2, ਇਹਦੀ ਪ੍ਰੋਬਿਲਟੀ ਕਿੰਨੀ ਹੁੰਦੀ ਹੈ 1/2, ਇਹਦੀ ਪ੍ਰੋਬਿਲਟੀ ਕਿੰਨੀ ਹੁੰਦੀ ਹੈ 1/2, ਤਿੰਨਾਂ ਦੀ ਪ੍ਰੋਡਕਟ ਹੋ ਗਈ, ਆਨਸਰ ਕੀ ਆਊਗਾ 1/8, ਠੀਕ ਹੈ। ਸਿੱਧਾ ਜਿਹਾ ਕੰਮ ਆ, ਇੱਦਾਂ ਮੈਂ ਸਿੱਧਾ ਹੀ ਦੇਖ ਲਿਆ ਵੀ ਇਹਦੀ ਪ੍ਰੋਬਿਲਟੀ 1/8। ਹੁਣ ਜੇ ਤੁਹਾਨੂੰ ਕੋਈ ਕਹਿੰਦਾ ਕਿ ਇਹਦੀ ਪ੍ਰੋਬਿਲਟੀ ਦੱਸੋ, ਇਹਦੀ ਕਿੰਨੀ ਹੈ 1/2, ਇਹਦੀ 1/2, ਇਹਦੀ 1/2, 1/2, 1/2, 1/2, 1/2, ਇਹਨਾਂ ਸਾਰਿਆਂ ਦੀ ਪ੍ਰੋਡਕਟ ਕਰ ਦਿਓ, ਆਨਸਰ ਆ ਜਾਊਗਾ ਤੁਹਾਡੇ ਕੋਲ, ਠੀਕ ਹੈ। ਇਹ ਧਿਆਨ ਰੱਖਿਓ ਬਸ। ਸੋ ਇਹ ਪਤਾ ਲੱਗ ਗਿਆ ਤੁਹਾਨੂੰ ਬਾਈਨੋਮੀਅਲ ਫੰਕਸ਼ਨ ਕਿਵੇਂ ਬਣਿਆ ਹੋਇਆ, ਸੋ ਇਹਦਾ ਧਿਆਨ ਰੱਖਿਓ। ਕੋਈ ਵੀ ਐਕਸ ਰੈਂਡਮ ਵੇਰੀਏਬਲ ਜਦੋਂ ਬਾਈਨੋਮੀਅਲ ਡਿਸਟਰੀਬਿਊਸ਼ਨ ਨੂੰ ਫੋਲੋ ਕਰਦਾ, ਉਹਨੂੰ ਆਪਾਂ ਐਂ ਲਿਖਦੇ ਹਾਂ, ਇਹ ਪੂਰੀ ਇਨਫੋਰਮੇਸ਼ਨ ਆ ਗਈ ਇਹਦੇ 'ਚ। B ਮਤਲਬ ਬਾਈਨੋਮੀਅਲ, N ਮਤਲਬ ਟਰਾਇਲਸ, P ਮਤਲਬ ਪ੍ਰੋਬਿਲਟੀ ਆਫ ਸਕਸੈਸ। ਹੁਣ ਜਦੋਂ ਮੈਂ ਲਿਖੂੰਗਾ B3 1/10, ਇਹਦਾ ਮਤਲਬ ਕੀ ਹੈ ਕਿ ਟਰਾਈ ਕਿੰਨੀ ਵਾਰ ਕਰਨਾ, 3 ਵਾਰ। ਪ੍ਰੋਬਿਲਟੀ ਸਕਸੈਸ ਦੀ ਕਿੰਨੀ ਹੈ, ਇੱਕ ਵਾਰ ਸਕਸੈਸ ਮਿਲਦੀ 1/10, ਡਿਸਟਰੀਬਿਊਸ਼ਨ ਕਿਹੜੀ ਹੈ ਬਾਈਨੋਮੀਅਲ। ਸੋ ਪੂਰਾ ਇੱਥੇ ਆਪਾਂ ਨੂੰ ਪਤਾ ਲੱਗ ਜਾਂਦਾ। ਹੁਣ ਅਗਲੇ ਪੇਜ 'ਤੇ ਆ ਜਾਓ, ਇਹਦਾ ਮੂਵਮੈਂਟ ਜਨਰੇਟਿੰਗ ਫੰਕਸ਼ਨ ਮੈਂ ਕੱਢਣ ਲੱਗਾ। ਰਾਜੇ ਜਿਹੜੀਆਂ ਇਹਦੀਆਂ ਮੂਵਮੈਂਟਸ ਆ, ਇੱਕ ਡਿਸਟਰੀਬਿਊਸ਼ਨ ਦੀਆਂ ਮੈਂ ਕੱਢ ਦੂੰਗਾ, ਉਸ ਤੋਂ ਬਾਅਦ ਮੈਂ ਕਿਸੇ ਡਿਸਟਰੀਬਿਊਸ਼ਨ ਦੀਆਂ ਨਾ ਮੂਵਮੈਂਟਸ ਕੱਢਣੀਆਂ, ਨਾ ਮੂਵਮੈਂਟ ਜਨਰੇਟਿੰਗ ਫੰਕਸ਼ਨ ਕੱਢਣਾ। ਇਹ ਜਿਹੜੇ ਡਿਫਰੈਂਟ ਕੁਐਸਚਨ ਆ ਉਹ ਮੈਂ ਕਰ ਦਿਆ ਕਰੂੰਗਾ, ਪਰ ਇਹ ਚੀਜ਼ ਸਮਝ ਕੇ ਚੱਲਿਓ ਕਿ ਬਾਰ-ਬਾਰ ਆਪਾਂ ਰਿਪੀਟ ਨਹੀਂ ਕਰਨਾ ਕੁਛ, ਤੁਸੀਂ ਕਰਨਾ ਇਕੱਲਿਆਂ ਨੇ, ਮੈਂ ਨਹੀਂ ਕਰਨਾ। ਮੂਵਮੈਂਟ ਜਨਰੇਟਿੰਗ ਫੰਕਸ਼ਨ ਬਾਈਨੋਮੀਅਲ ਡਿਸਟਰੀਬਿਊਸ਼ਨ ਦਾ ਮੈਂ ਕੱਢਣ ਲੱਗਾ। ਫੰਕਸ਼ਨ ਕੀ ਸੀਗਾ ਆਪਣੇ ਕੋਲੇ, ਪ੍ਰੋਬਿਲਟੀ ਫੰਕਸ਼ਨ। ਹੁਣ ਇਹ ਯਾਦ ਹੋਣਾ ਚਾਹੀਦਾ ਤੁਹਾਨੂੰ, ਜੇ ਤੁਸੀਂ ਇਹੀ ਭੁੱਲ ਗਏ ਫਿਰ ਤਾਂ ਲੱਭ ਲਿਆ ਮੂਵਮੈਂਟ ਜਨਰੇਟਿੰਗ ਫੰਕਸ਼ਨ। ਅੱਛਾ, ਇੱਥੇ ਇੱਕ ਚੀਜ਼ ਆ, x ਦੀ ਵੈਲਿਊ ਕੀ ਹੋ ਸਕਦੀ ਹੈ ਵੱਧ ਤੋਂ ਵੱਧ 1 ਤੋਂ ਸ਼ੁਰੂ ਹੋਊਗੀ, ਕਿਉਂਕਿ ਇੱਕ ਟਰਾਈ ਤਾਂ ਤੁਸੀਂ ਕਰਨੀ ਹੀ ਕਰਨੀ ਆ 1। ਇੱਕ ਮਿੰਟ, ਅੱਛਾ ਸੌਰੀ ਟਰਾਈ ਨਹੀਂ ਹੈ ਇਹ, x ਕੀ ਸੀ ਸਕਸੈਸ, ਸੋ 0 ਸਕਸੈਸ ਵੀ ਹੋ ਸਕਦੀ ਹੈ। ਸਕਸੈਸ ਆ ਰਾਜੇ, ਜੇ ਟਰਾਈ ਹੁੰਦੀ ਫਿਰ 1 ਤੋਂ ਸ਼ੁਰੂ ਹੋਣਾ ਸੀ, ਸਕਸੈਸ ਤਾਂ 0 ਵੀ ਹੋ ਸਕਦੀ ਹੈ, ਹੋ ਸਕਦਾ ਸਕਸੈਸਫੁਲ ਹੋਵੇ ਹੀ ਨਾ। ਅਤੇ ਵੱਧ ਤੋਂ ਵੱਧ ਕਿੰਨੀਆਂ ਸਕਸੈਸ ਮਿਲ ਸਕਦੀਆਂ, ਜਿੰਨੀ ਵਾਰ ਟਰਾਈ ਕੀਤਾ। ਸੋ 0 ਤੋਂ n ਤੱਕ ਇਹ ਵੈਲਿਊ ਜਾਣਗੀਆਂ। ਸੋ ਇਹਨੂੰ ਸਿੰਪਲੀਫਾਈ ਕਰਦੇ ਹਾਂ, x 0 ਤੋਂ ਗਿਆ n ਤੱਕ, e ਦੀ tx, ncx, px, q ਦੀ n-x, ਜੋ ਇਹਦੇ 'ਚੋਂ ਬਾਹਰ ਨਿਕਲਦਾ ਬਾਹਰ ਕੱਢ ਦਿਓ, ਬਾਹਰ ਕੁਛ ਨਿਕਲਦਾ ਤਾਂ ਦੀਦਾ ਨਹੀਂ, x ਸਾਰਿਆਂ 'ਚ ਹੀ ਹੈਗਾ ਵਾ। ਇਹਨੂੰ ਐਂ ਲਿਖੋ, x 0 ਤੋਂ n, ncx ਮੋਹਰੇ ਲਿਖ ਲਓ, ਪਿੱਛੇ ਲਿਖ ਲਓ
P ਤੇ E ਦੀ T ਨੂੰ ਇਕੱਠਾ ਕਰ ਲਿਆ, ਉਹਦੀ ਪਾਵਰ ਕੀ ਬਣ ਗਈ x। ਦੇਖੋ E ਦੀ ਪਾਵਰ T ਦੇ ਉੱਪਰ ਕੀ ਸੀਗਾ x ਤੇ P ਦੀ x, ਇਹ ਦੋਵਾਂ ਦੀ ਪਾਵਰ x ਸੀ ਜੋ ਮੈਂ ਇਹਨੂੰ ਕੰਬਾਈਨ ਕਰ ਲਿਆ। ਪਿੱਛੇ Q ਨੂੰ ਉਵੇਂ ਪਿਆ ਰਹਿਣ ਤਾ, ਠੀਕ ਹੈ। ਹੁਣ ਇਹਨੂੰ ਖੋਲ ਲਓ, ਕੀ ਆਊਗਾ NC 0, PE ਦੀ T ਦੀ ਪਾਵਰ 0, Q ਦੀ ਪਾਵਰ n, NC 1, PE ਦੀ T ਦੀ ਪਾਵਰ 1, Q ਦੀ ਪਾਵਰ n-1, NC 2, PE ਦੀ T ਦੀ ਪਾਵਰ 2, Q ਦੀ ਪਾਵਰ n-2। ਇੱਦਾਂ ਹੀ ਤੁਸੀਂ ਕਰਦੇ ਗਏ ਲਾਸਟ ਤੱਕ NCN, ਇਹ ਆ ਜਾਊਗਾ PE ਦੀ T ਦੀ ਪਾਵਰ n, Q ਦੀ ਪਾਵਰ 0। ਰਾਜੇ ਗੌਰ ਨਾਲ ਦੇਖੋ, ਇਹ ਬਾਈਨੋਮੀਅਲ ਬਣ ਗਈ ਜਿਹਦੇ 'ਚ ਕੀ ਹੈ x ਕੀ ਹੈ Q, y ਦੀ ਜਗ੍ਹਾ 'ਤੇ ਕੀ ਹੈ PE ਦੀ T, ਪਾਵਰ ਕੀ ਹੁੰਦੀ ਆ ਆਹ n, ਠੀਕ ਹੈ। ਇਹ ਬਣ ਗਿਆ। ਸੋ ਆਪਣੇ ਕੋਲ ਮੂਵਮੈਂਟ ਜਨਰੇਟਿੰਗ ਫੰਕਸ਼ਨ ਇਹਦਾ ਆਪਾਂ ਲੱਭ ਲਿਆ, ਤੇ ਇਹ ਉਹ ਮੂਵਮੈਂਟ ਜਨਰੇਟਿੰਗ ਫੰਕਸ਼ਨ ਆ ਜਿਹੜਾ ਮੂਵਮੈਂਟਸ ਅਬਾਊਟ ਓਰੀਜਨ ਦੇਊਗਾ। ਹੁਣ ਜਦੋਂ ਇਹਦਾ ਡੈਰੀਵੇਟਿਵ ਕਰਕੇ ਤੁਸੀਂ ਦੇਖੋਗੇ ਤਾਂ ਮੂਵਮੈਂਟਸ ਅਬਾਊਟ ਓਰੀਜਨ ਆਉਣਗੀਆਂ। ਸੋ ਇੱਥੇ ਇਹਨਾਂ ਨੇ ਕਰਕੇ ਦਿਖਾਈਆਂ ਹੋਈਆਂ, ਮੈਂ ਕਰਨ ਲੱਗਾ ਇੱਕ ਬਸ ਇਹ ਪਹਿਲੀ ਤੇ ਆਖਰੀ ਹੈ ਜਿਹਦੇ 'ਚ ਮੈਂ ਇਹ ਮੂਵਮੈਂਟਸ ਕੈਲਕੂਲੇਟ ਕਰਕੇ ਦੇਣ ਲੱਗਾ ਤੁਹਾਨੂੰ। ਹਰੇਕ ਡਿਸਟਰੀਬਿਊਸ਼ਨ ਅਗਲੀ ਜਿਹੜੀ ਆਊਗੀ ਉਹਦੇ 'ਚ ਤੁਸੀਂ ਇਹੀ ਕੁਛ ਕਰੀ ਜਾਣਾ। ਹੁਣ ਮੈਂ ਮੀਨ, ਇਹ ਕਹਿੰਦਾ ਮੀਨ ਵੇਰੀਐਂਸ ਕੈਲਕੂਲੇਟ ਕਰੋ, ਮੀਨ ਤੇ ਵੇਰੀਐਂਸ। ਰਾਜੇ ਇਹਨਾਂ ਡਿਸਟਰੀਬਿਊਸ਼ਨਾਂ ਦਾ ਮੀਨ ਤੇ ਵੇਰੀਐਂਸ ਨਾ ਸਿਰਫ ਤੁਸੀਂ ਕੈਲਕੂਲੇਟ ਕਰਨਾ ਬਲਕਿ ਯਾਦ ਵੀ ਰੱਖਣਾ ਬਾਅਦ 'ਚ, ਕਿਉਂਕਿ ਬਹੁਤ ਕੁਐਸਚਨਾਂ 'ਚ ਕੰਮ ਆਊਗਾ ਇਹ। ਮੀਨ ਕੈਲਕੂਲੇਟ ਕਰਨ ਲਈ ਕਿਉਂਕਿ ਮੈਨੂੰ ਪਤਾ ਕਿ ਉਹ ਕੀ ਹੁੰਦਾ μ1 ਡੈਸ਼ ਹੁੰਦਾ, ਇਹਦਾ ਇੱਕ ਡੈਰੀਵੇਟਿਵ ਕਰ ਦਿਓ ਤੇ T ਨੂੰ ਪੁੱਟ ਕਰ ਦਿਓ 0। ਸੋ ਇਹਦਾ ਇੱਕ ਡੈਰੀਵੇਟਿਵ ਕੀਤਾ, ਇਹ ਕੀ ਆ ਗਿਆ n PE ਦੀ T, Q PE ਦੀ T n-1, ਜਾਣੀ ਕਿ ਇਹਦਾ ਪਹਿਲਾਂ ਡੈਰੀਵੇਟਿਵ ਕੀਤਾ n ਬਾਹਰ ਆ ਜਾਊਗਾ। ਇਹ ਡੈਰੀਵੇਟਿਵ ਤੁਹਾਨੂੰ ਕਰਨਾ ਆਉਂਦਾ ਵਿਦ ਰਿਸਪੈਕਟ ਟੂ T ਕਰਨਾ, ਵਿਦ ਰਿਸਪੈਕਟ ਟੂ P ਨਾ ਕਰ ਦਿਓ। ਤੇ ਹੁਣ T ਦੀ ਵੈਲਿਊ ਭਰੋ 0, ਡੈਰੀਵੇਟਿਵ ਕਰ ਲਿਓ ਇਹਦਾ, ਕੀ ਆਊਗਾ NP Q ਪਲੱਸ P, ਇਹ ਵੀ 1 ਹੋ ਜਾਣਾ। ਇੱਥੇ ਪਾਵਰ ਦਾ ਕੋਈ ਉੱਪਰ ਪਾਵਰ ਵੀ ਹੈ, ਹਾਂ ਹੈ ਪਾਵਰ n-1। ਇਹ ਆ ਗਿਆ NP, ਪਰ P ਪਲੱਸ Q ਕੀ ਹੁੰਦਾ 1, ਸੋ ਆਨਸਰ ਕੀ ਆ ਗਿਆ NP, ਠੀਕ ਆ। ਸੋ ਮੀਨ ਆ ਜਿਹੜਾ ਤੁਹਾਡਾ NP ਹੋਊਗਾ, ਜਾਣੀ ਕਿ ਬਾਈਨੋਮੀਅਲ ਡਿਸਟਰੀਬਿਊਸ਼ਨ 'ਚ ਮੀਨ ਕੀ ਹੁੰਦਾ ਨੰਬਰ ਆਫ ਟਰਾਇਲਸ ਤੇ ਪ੍ਰੋਬੇਬਿਲਿਟੀ ਆਫ ਸਕਸੈਸ। ਇਹਨੂੰ ਕਹਿ ਦਿੰਦੇ ਆ ਮੀਨ, ਠੀਕ ਹੈ। ਵੇਰੀਐਂਸ ਵਾਸਤੇ μ2 ਡੈਸ਼ ਕੈਲਕੂਲੇਟ ਕਰਨਾ ਪਊਗਾ ਪਹਿਲਾਂ, ਉਹਦੇ ਵਾਸਤੇ ਇਹਦਾ ਡਬਲ ਡੈਰੀਵੇਟਿਵ ਕਰਨਾ ਪਊਗਾ ਤੇ T 0 ਪੁੱਟ ਕਰਨੀ ਪਊਗੀ। ਦੇਖੋ ਇੱਕ ਵਾਰੀ ਤਾਂ ਆਪਾਂ ਕਰ ਲਿਆ ਸੀ ਇਹ, ਹੈ ਨਾ। ਇਹਦਾ ਇੱਕ ਵਾਰੀ ਹੋਰ ਡੈਰੀਵੇਟਿਵ ਕਰੋ, ਕੀ ਆਉਂਦਾ ਤੁਹਾਡੇ ਕੋਲੇ। ਮੈਂ ਇੱਥੋਂ ਦੇਖ ਕੇ ਲਿਖਣ ਲੱਗਾ ਕਿਉਂਕਿ ਮੈਨੂੰ ਉਮੀਦ ਆ ਤੁਹਾਨੂੰ ਡੈਰੀਵੇਟਿਵ ਤਾਂ ਆਉਂਦਾ ਹੋਊ। ਵਿਦ ਰਿਸਪੈਕਟ ਟੂ T ਕਰਿਓ, ਪਰ ਇੱਕ ਚੀਜ਼ ਦਾ ਧਿਆਨ ਰੱਖਿਓ, ਜੇ ਨਾ ਹੋਇਆ ਮੈਨੂੰ ਦੱਸ ਦਿਓ। ਮੈਨੂੰ ਲੱਗਦਾ ਨਹੀਂ ਤੁਹਾਨੂੰ ਪ੍ਰੋਬਲਮ ਆਊਗੀ, ਆ ਵੀ ਸਕਦੀ ਹੈ, ਕਹਿ ਵੀ ਨਹੀਂ ਸਕਦੇ। 0 ਪੁੱਟ ਕਰੋ, ਇਹ ਆ ਜਾਊਗਾ NP, ਇੱਥੇ 0 ਪੁੱਟ ਕੀਤਾ 1, Q ਪਲੱਸ P ਦੀ ਪਾਵਰ n-1, ਇੱਥੇ n-1 ਉਵੇਂ ਰਹਿ ਗਿਆ, P ਇੱਥੇ e ਦੀ ਪਾਵਰ 0 1, Q ਪਲੱਸ P e ਦੀ ਪਾਵਰ n-2। ਸੋ P ਪਲੱਸ Q ਦੀ ਜਗ੍ਹਾ 'ਤੇ ਤਾਂ 1 ਹੀ ਲਿਖ ਦਿਓ, ਪਾਵਰ ਭਾਵੇਂ ਜੋ ਮਰਜ਼ੀ ਉਹਨੇ 1 ਹੀ ਬਣ ਜਾਣਾ, n-1 P ਇਹਨੇ ਵੀ 1 ਹੀ ਬਣ ਜਾਣਾ। ਹੁਣ ਇਹਦਾ ਹੱਲ ਕਰੋ, ਕੀ ਕਰੀਏ। ਇਹ ਕੀ ਬਣ ਗਿਆ NP ਪਲੱਸ ਇਹਨੂੰ ਵੀ ਅੰਦਰ ਲੈ ਜਾਓ n-1 P², ਇਹ ਬਣ ਗਿਆ। ਪਰ ਇਹ ਵੇਰੀਐਂਸ ਨਹੀਂ ਗਾ ਹਜੇ। ਵੇਰੀਐਂਸ ਕੀ ਹੁੰਦਾ, ਵੇਰੀਐਂਸ ਦਾ ਫਾਰਮੂਲਾ ਕੀ ਸੀ μ2 ਡੈਸ਼ ਮਾਈਨਸ μ1 ਡੈਸ਼ ਦਾ ਹੋਲ ਸਕੇਅਰ। ਸੋ ਇੱਥੇ ਪੁੱਟ ਕਰਨਾ ਪੈਣਾ ਆਪਾਂ ਨੂੰ। μ2 ਡੈਸ਼ ਕੀ ਆ ਗਿਆ ਆਪਣੇ ਕੋਲ, ਬੜਾ ਵੱਡਾ ਨੰਬਰ ਆ ਗਿਆ NP ਮਾਈਨਸ ਪਲੱਸ n-1 P² ਮਾਈਨਸ μ1 ਡੈਸ਼ ਕੀ ਆ ਗਿਆ NP ਦਾ ਹੋਲ ਸਕੇਅਰ। ਇਹਨੂੰ ਸੋਲਵ ਕਰ ਲਓ ਸਾਰੇ ਨੂੰ, ਕੀ ਆਊਗਾ ਆਪਣੇ ਕੋਲ NP ਪਲੱਸ n² P² ਮਾਈਨਸ NP² ਮਾਈਨਸ n² P²। ਇਹਦੇ ਨਾਲ ਕੈਂਸਲ ਹੋ ਗਿਆ, n ਕਾਮਨ ਕੱਢੀ, P ਵੀ ਕਾਮਨ ਕੱਢ ਲਓ, ਪਿੱਛੇ ਕੀ ਬਚਿਆ 1 ਮਾਈਨਸ P, ਜਾਣੀ ਕੀ ਆ ਗਿਆ NPQ। ਜਾਣੀ ਕਿ ਵੇਰੀਐਂਸ ਕੀ ਹੁੰਦਾ ਬਾਈਨੋਮੀਅਲ ਡਿਸਟਰੀਬਿਊਸ਼ਨ 'ਚ, ਵੇਰੀਐਂਸ ਨੰਬਰ ਆਫ ਟਰਾਇਲਸ, ਸਕਸੈਸ
ਤੇ ਫੇਲੀਅਰ ਦੀ ਪ੍ਰੋਬਰਟੀ, ਮਤਲਬ ਜਿੰਨਾ ਡਾਟਾ ਹੈਗਾ ਸਾਰਿਆਂ ਦੀ ਪ੍ਰੋਡਕਟ ਉਹ ਵੇਰੀਐਂਸ ਬਣ ਜਾਂਦਾ ਬਾਈਨੋਮੀਅਲ ਡਿਸਟ੍ਰੀਬਿਊਸ਼ਨ 'ਚ। ਇੱਕ ਇਹਨਾਂ ਨੇ ਫਾਰਮੂਲਾ ਦਿੱਤਾ ਹੋਇਆ ਰਾਜੇ, ਮੈਂ ਹੁਣ ਉਹਦਾ ਪ੍ਰੂਫ ਕਰਨ ਲੱਗਾ। ਕੱਲੀ ਇੱਕ ਇਹੀ ਡਿਸਟ੍ਰੀਬਿਊਸ਼ਨ ਆ ਜਿਹਦੇ 'ਚ ਮੈਂ ਸਾਰਾ ਕੁਝ ਕਰੂੰਗਾ, ਬਾਕੀਆਂ 'ਚ ਨਹੀਂ ਮੈਂ ਕਰਨਾਗਾ, ਉਹ ਤੁਸੀਂ ਆਪ ਕਰੋਗੇ। ਇਹ ਫਾਰਮੂਲਾ ਥਰਡ ਆਰਟੀਕਲ ਰੇਨੋਵਸਕੀ ਫਾਰਮੂਲਾ ਬਹੁਤ ਵਧੀਆ ਆ ਰਿਹਾ ਜੀ। ਇਹ ਕਹਿੰਦਾ ਪ੍ਰੂਵ ਕਰੋ μ r+1 PQ NR μr-1 D μr DP। ਕਹਿੰਦਾ ਇਹਦੀ ਵੈਲਿਊ ਕੈਲਕੂਲੇਟ ਕਰੋ, ਸੌਰੀ μr+1 ਦਾ ਇਹ ਫਾਰਮੂਲਾ ਪ੍ਰੂਵ ਕਰ ਦਿਓ। ਕਹਿੰਦਾ ਦੇਖੋ ਇੱਕ ਚੀਜ਼ ਆ ਰਾਜੀ, ਇਹਦੇ 'ਚ ਮੇਨ ਤਾਂ ਕੁਛ ਨਹੀਂ, ਮੇਨ ਤਾਂ ਇਹ ਚੀਜ਼ ਆ μr ਦਾ ਡੈਰੀਵੇਟਿਵ ਕੀਤਾ ਵਿਦ ਰਿਸਪੈਕਟ ਟੂ p। ਸੋ μr ਦਾ ਫਾਰਮੂਲਾ ਕੀ ਹੁੰਦਾ? ਸਭ ਤੋਂ ਪਹਿਲਾਂ ਤਾਂ x ਮਾਈਨਸ μ ਦੀ ਪਾਵਰ r। x ਮਾਈਨਸ μ ਕੀ ਹੁੰਦਾ? ਮੀਨ, ਹੈ ਨਾ, ਦੀ ਪਾਵਰ r। x ਮਾਈਨਸ ਮੀਨ ਕੀ ਹੁੰਦਾ ਆਪਣੇ ਕੋਲੇ ਬਾਈਨੋਮੀਅਲ 'ਚ? NP, ਇਹਦੀ ਪਾਵਰ r। ਹੁਣ ਇੱਕ ਚੀਜ਼ ਯਾਦ ਰੱਖਿਓ ਵੀ ਇਹ ਫਾਰਮੂਲਾ ਸਿਰਫ ਬਾਈਨੋਮੀਅਲ ਵਾਸਤੇ ਆ, ਹੋਰ ਕਿਸੇ ਵਾਸਤੇ ਨਹੀਂ ਹੈ ਫਾਰਮੂਲਾ, ਇਹ ਧਿਆਨ ਰੱਖਿਓ। ਕਿਉਂਕਿ ਬਾਕੀ ਡਿਸਟ੍ਰੀਬਿਊਸ਼ਨਾਂ 'ਚ ਤਾਂ ਕਈ ਵਾਰੀ P ਨਹੀਂ ਹੁੰਦੀ, ਪ੍ਰੋਬਿਲਟੀ ਆਫ ਸਕਸੈਸ ਹੀ ਨਹੀਂ ਹੁੰਦੀ, ਉੱਥੇ ਕੀ ਕਰੋਗੇ ਇਹ ਫਾਰਮੂਲਾ? ਫਿਰ ਡੈਰੀਵੇਟਿਵ ਵਿਦ ਰਿਸਪੈਕਟ ਟੂ P ਦੇ ਕਰੋਗੇ, ਕਿਹਦੇ ਕਰੋਗੇ? ਫਿਰ ਲਿਖੋ ਇਹਨੂੰ, ਐਕਸਪੈਕਟੇਸ਼ਨ ਕੀ ਹੁੰਦੀ ਹੈ? ਇਹ x ਦੀ ਵੈਲਿਊ 0 ਤੋਂ ਲੈ ਕੇ n, x ਮਾਈਨਸ NP ਇਹਦੀ ਪਾਵਰ r, ਪਿੱਛੇ ਪ੍ਰੋਬਿਲਟੀ ਫੰਕਸ਼ਨ। ਸੋ μr ਦੀ ਵੈਲਿਊ ਕੀ ਆ ਗਈ? x 0 n x ਮਾਈਨਸ NP ਇਹਦੀ ਪਾਵਰ r fx। ਰਾਜੇ ਜੇ ਮੈਂ ਤੁਹਾਨੂੰ ਕਹਾਂ ਹੁਣ ਵੀ μr+1 ਦੀ ਵੈਲਿਊ ਕੀ ਆਊਗੀ, ਇੱਥੇ ਲਿਖ ਹੀ ਲਈਏ ਆਪਾਂ। r ਦੀ ਜਗ੍ਹਾ ਤੇ r+1 ਆ ਜਾਊਗਾ ਬਸ, ਤੇ r-1 ਦੀ ਹੁਣ ਤੁਸੀਂ ਆਪ ਹੀ ਸਮਝ ਲਓ ਵੀ ਇੱਥੇ r-1 ਆ ਜਾਊਗਾ ਤੇ ਇੱਥੇ ਵੀ r-1 ਆ ਜਾਊਗਾ। ਠੀਕ ਹੈ, ਫਿਰ ਇੱਥੋਂ ਸ਼ੁਰੂ ਕਰੋ, ਇਹਦਾ ਡੈਰੀਵੇਟਿਵ ਕਰ ਦਿਓ। ਪਹਿਲਾਂ ਤਾਂ ਇਹਦੀ ਜਗ੍ਹਾ ਤੇ ਨਾ ਆਪਾਂ ਫੰਕਸ਼ਨ ਦੀ ਜਗ੍ਹਾ ਤੇ ਵੈਲਿਊ ਲਿਖੀਏ, ਡੈਰੀਵੇਟਿਵ ਵਿਦ ਰਿਸਪੈਕਟ ਟੂ ਕਿਹਦੇ? P ਦੇ। ਤੇ ਇਹ ਜਿਹੜਾ ਹੈਗਾ ਆਪਣੇ ਕੋਲੇ μr ਦੀ ਵੈਲਿਊ ਕੀ ਹੈ? x 0 ਤੋਂ n x ਮਾਈਨਸ NP ਇਹਦੀ ਪਾਵਰ r, fx ਕੀ ਹੈ? NCx P ਦੀ x Q ਦੀ n-x। ਹੁਣ ਜਿਹੜੇ ਬੱਚੇ ਇਹ ਵੀ ਭੁੱਲ ਗਏ ਬਈ ਇਹ ਵੈਲਿਊ ਹੁੰਦੀ ਹੈ ਫੰਕਸ਼ਨ ਦੀ, ਉਹ ਵੀ ਗਏ। ਹੁਣ ਇਹਦਾ ਸਾਰੇ ਦਾ ਡੈਰੀਵੇਟਿਵ ਕਰਨਾ ਆਪਾਂ। ਠੀਕ ਆ, ਡੈਰੀਵੇਟਿਵ ਕਰਨਾ ਇੰਨਾ ਈਜ਼ੀ ਨਹੀਂ। ਸਭ ਤੋਂ ਪਹਿਲਾਂ ਵਿਦ ਰਿਸਪੈਕਟ ਟੂ P ਕਰਨਾ। ਸੋ ਜਿੱਥੇ ਜਿੱਥੇ P ਹੈਗੀ ਆ ਉਹਨੂੰ ਰੱਖ ਲਓ, ਬਾਕੀ ਜਿਹੜਾ ਫਾਲਤੂਆਂ ਨੂੰ ਬਾਹਰ ਕੱਢ ਦਿਓ। ਸੋ ਮੈਂ ਕੀ ਕਰਨ ਲੱਗਾ, x 0 NCx ਨੂੰ ਬਾਹਰ ਕੱਢਤਾ। ਡੈਰੀਵੇਟਿਵ ਹੁਣ ਕਿਹਦਾ ਹੋਊਗਾ? x ਮਾਈਨਸ NP ਦੀ ਪਾਵਰ r ਦਾ, P ਦੀ ਪਾਵਰ x ਦਾ, ਤੇ Q ਹੈ ਜਿਹੜੀ ਇਹ ਅਲਟੀਮੇਟਲੀ 1 - P ਆ, ਕਿਉਂ ਇਹਦੇ 'ਚ P ਹੈਗੀ ਆ, ਇਹ Q ਕੌਂਸਟੈਂਟ ਨਹੀਂ ਬਣਨਾ ਇੱਥੇ। ਸੋ ਇਹਦਾ ਡੈਰੀਵੇਟਿਵ ਕਰੋ, ਡੈਰੀਵੇਟਿਵ ਕਰਕੇ ਆਪਣੇ ਕੋਲ ਵੈਲਿਊ ਆ ਜਾਊਗੀ ਕੁਛ ਨਾ ਕੁਛ। ਠੀਕ ਹੈ, ਇਹਦੇ ਡੈਰੀਵੇਟਿਵ ਮੈਂ ਕਰਨ ਲੱਗਾ। ਆਪਣੇ ਕੋਲ ਕੀ ਆ ਹੁਣ? μr ਦਾ ਡੈਰੀਵੇਟਿਵ ਕੀ ਆਇਆ? ਇਹ x 0 ਤੋਂ n NCx ਤਾਂ ਬਾਹਰ ਹੀ ਰਹਿ ਗਿਆ। ਪਹਿਲਾਂ ਕਿਹਦਾ ਕਰੀਏ? x ਮਾਈਨਸ NP ਦਾ ਕਰੀਏ ਵਿਦ ਰਿਸਪੈਕਟ ਟੂ P। r ਮੂਹਰੇ ਆ ਜਾਊਗਾ, x ਮਾਈਨਸ NP ਇੱਥੇ r-1 ਆ ਜਾਊਗਾ ਤੇ ਇੱਥੇ ਮਾਈਨਸ n ਆ ਜਾਊਗਾ। ਇਹਦੀ ਗੱਲ ਕਰ ਰਿਹਾ ਮੈਂ, ਇੱਥੇ ਦੇਖੀ ਚਲੋ, ਇੱਥੇ ਸਾਈਡ ਤੇ ਲਿਖਿਆ। ਫਿਰ ਉਸ ਤੋਂ ਬਾਅਦ ਇਹਦਾ ਡੈਰੀਵੇਟਿਵ ਨਹੀਂ, ਇਹਨਾਂ ਨੂੰ ਨਾਲ ਪਹਿਲਾਂ ਊਂ ਤਾਂ ਲਿਖ ਦਈਏ, ਬਾਏ ਪਾਰਟਸ ਕਰਾਂਗੇ ਤਿੰਨਾਂ ਦਾ ਹੀ। ਫਿਰ ਪਲੱਸ ਪਾ ਕੇ ਹੁਣ ਬਾਕੀ ਸਾਰਾ ਉਵੇਂ px ਦਾ ਡੈਰੀਵੇਟਿਵ ਕੀ ਆਊਗਾ? x ਮਾਈਨਸ 1 ਤੇ ਬਾਕੀ ਸਾਰਾ ਊਂ ਨਾਲ। ਫਿਰ ਹੁਣ ਇਹ ਪਹਿਲਾ ਪੋਰਸ਼ਨ ਉਵੇਂ ਆ ਜਾਊਗਾ, ਤੀਜੇ ਦਾ ਡੈਰੀਵੇਟਿਵ ਕੀ ਆਊਗਾ? n-x ਮੂਹਰੇ ਆ ਗਿਆ, 1 - P n-x -1 P ਦਾ ਕੀ ਆਊਗਾ? -1। ਬਾਕੀ ਸਾਰਾ ਊਂ ਲਾ ਦਿਓ, x ਮਾਈਨਸ NP ਦੀ ਪਾਵਰ r। ਹੁਣ ਇਹਨੂੰ ਸਿੰਪਲੀਫਾਈ ਕਰਨਾ ਆਪਾਂ।
देखते हैं की बनता। एक्स की वैल्यू 0 तो एन सी एक्स तो बाहर ही रह गया, जिन्ना सैंपलीफाई कर सकते उन्होंने सैंपलीफाई करो। की आऊगा माइनस एन आर पहला तो एक्स माइनस एन पी दी पावर आर माइनस 1 पी दी एक्स, इनू क्यों ही लिख लीए फिर तुहानू पता तो लग गया ना भी ये है की है। फिर एक चीज़ है ये लास्ट वाले कुछ कॉमन आता, जे कुछ कॉमन आता तो कड्डो ओरों बाहर। एक्स माइनस एन पी की पावर आर बाहर आ सकता है, आ सकता। सो एक्स माइनस एन पी की पावर आर पहला तो इनू ही बाहर कड्डो। अच्छा होर की बाहर कढ़ सकते हो ये होर आई थिंक कुछ नहीं। सो एक्स पी दी एक्स माइनस 1 इनू क्यू ही लिख लो फिर, तो ये उस तो बाद ये है एन माइनस एक्स माइनस ही पा लो, ये माइनस भी पई है ना, माइनस एन माइनस एक्स है ना, तो नाल आ जिहड़ा क्यू दी क्यू इनू क्यू ही लिख लो फिर, क्यू की पावर एन माइनस एक्स माइनस 1 आ गया, नाल एक पी की पावर एक्स भी पिया होया। हुण एक काम इत्थे करना आपां, इहदे चों एक्स 0 तो एन सी एक्स इनू तो उवें लिखिया रहने दो जो लभ लिया। इहदे चों पी दी एक्स क्यू दी एन एक्स बाहर कढ़ लो, पिछे जो बचदा बचे ना बचे आपां नूं कोई फर्क नहीं। इहदे चों पी दी एक्स क्यू दी एन एक्स बाहर कढ़ लिया, पी दी एक्स बाहर आया पिछे की रह जू एक्स बाई पी, क्योंकि एक पावर निक्की है इतने मैं वड्डी बाहर कढ़ ली, तो एक नीचे आऊगी, तो क्यू तो सेम ही पावर वाली बाहर कढ़ी है, सो इत्थे 1 आ जाऊगा क्यू की जगह। दूजा एन माइनस एक्स तो उवें रहूगा, पी की पावर एक्स बाहर कढ़ी है सेम, वो जगह 1 आ जाऊगा, क्यू की पावर इत्थे नीचे क्यू आ जाऊगा, क्योंकि इत्थे एन माइनस एक्स चों एक कढ़िया होया, इत्थे एन माइनस एक्स चों कुछ नहीं कढ़िया होया, ये छोटी पावर सी, सो नीचे क्यू आ गया। ठीक है जी। हुण उस तो अगे एन माइनस आर आ जिहड़ा इहनूं बाहर कड्डो ये चों, क्योंकि इधर समेशन च एक्स आ आर नहीं, एन माइनस आर नूं बाहर कड्डो। समेशन अपलाई हो गया 0 तो एन सी एक्स एक्स माइनस एन पी की पावर आर माइनस 1 पी दी एक्स क्यू दी एन माइनस एक्स। उस तो बाद ये समेशन आ जिहड़ा इत्थे जिहड़ा ये एन आर सीगा उहदा इहदे नाल तां कोई लेना देना नहीं है, सो इत्थे सीधा समेशन अपलाई हो जाऊगा, क्योंकि एन आर तो कला ये सीगा राजे पहले पार्ट च। इनू सिंपलीफाई करो हुण की बनता है, एलसीएम ले लो पी क्यू, जे देखो तो इत्थे इत्थे आ जाऊगा क्यू एक्स, इत्थे आ जाऊगा पी एन माइनस एक्स। ठीक है, जे इनू ध्यान नाल सॉल्व करो, पहला तो ये देखो इनू हल करो, एन आर ये की बन गया जे ध्यान नाल देखो, आपां म्यू आर की डेफिनेशन लिखी सी म्यू आर एक्स माइनस एन पी की पावर जो आर आ तो म्यू आर आ, पर इत्थे एक्स माइनस एन पी की पावर की है देखो आर माइनस 1, सो ये की हो जाऊगा म्यू आर माइनस 1, बाकी सारा सेम आ। अच्छा एक इत्थे मिसटेक हो गई, इत्थे नहीं ठीक है राजी, देखो एक चीज़ है इत्थे म्यू आर आ ना, ये वैल्यू है जी, चलो एक स्टैप बाद च करते हैं, एक मिनट तुहानूं मैं दिखाना की है, एक मिनट एक स्टैप होर कर लो, फिर तुहानूं क्लीयर होगा भी चीज़ किहड़ी मैं कह रहा। अपने कोले इत्थे रह गया माइनस एन आर एक्स 0 तो एन एक्स माइनस एन पी दी पावर आर माइनस 1, ये तो मैं उमें रख ली, आ तो मैं उमें रख ली, तो जिहड़ा ये एन सी एक्स पी दी एक्स क्यू दी एन माइनस एक्स इन्हां नूं इकट्ठे करता। ठीक है जी, अगले स्टैप इन्हां दा देखो हुण एक स्टैप होर कर लो, फिर वो स्टैप मैं छड्डता, आ जिहड़ा मैं करन लगा सी ना मैं छड्डता। एक्स माइनस एन पी की पावर आर पी दी एक्स क्यू दी एन माइनस एक्स। राजे एक चीज़ देखो इत्थे जिहड़ा है इत्थे रफ च सॉल्व करदा, क्यू एक्स माइनस की बनूगा एन पी प्लस पी एक्स बनूगा ना उपर इत्थे, तो पी एक्स तो क्यू एक्स की आऊगा, पी एक्स प्लस क्यू एक्स की आऊगा, एक्स बाहर काट दो पिछे की बचूगा पी प्लस क्यू तक होंगे
1 सो ये आ जाऊगा x। सो इन्हां दा सम तां आ गया x ते पिछे की है -NP, जानी कि उपर अपने कोले इत्थे की बन जूगा x -NP, नीचे आ जूगा PQ। ठीक है, समझ लग गई। अच्छा ਇਹਦੀ जगह ਤੇ ਹੁਣ मैं fx भरन लगा क्योंकि ये प्रोबेबिलिटी फंक्शन है। ये प्रोबेबिलिटी फंक्शन है राजे अपना, यही है ना एक्स एन सी एक्स पी दी एक्स क्यू दी एन एक्स। हुण इहदी गल करिए 1/PQ नूं तां बाहर कढ लो, पिछे की बचे एक्स 0 n x -NP, NC(x) किधर गया, इत्थे NC(x) भी आउणा सी। ये जिहड़ा NC(x) है बाहर देखो, ये सारी ब्रैकेट दे बाहर पिया ना, सो ये कल्ले कल्ले नाल अपलाई होऊगा। सो NC(x) है जिहड़ा इत्थे आउणा सी, इत्थे भी आउणा सी, सो उही NC(x) इत्थे भी आऊगा ते उही NC(x) इत्थे भी आऊगा। NC(x) x -NP दी पावर r+1 आ गया ते PQ बाहर कढ लिया, ये की आ गया PX Q दी n-x। ठीक है, हुण ये चीज़ नूं आपां लिखो NR राजे, ये वाला ध्यान नाल देखो, ये की बन गया हुण, ये μr बन गया ना। आ देखो इत्थे डेफिनेशन लिखी सी आपां μr, जे इत्थे r आ तो यह μr हो जाता, हुण इत्थे r-1 आ तो ये की बन जूगा μr-1 प्लस 1/PQ। ये की है देखो, इत्थे r+1 नाल की पिया फंक्शन ही पिया ना, NC ना x -NP दी पावर r+1 नाल NC(x) PX ते Q दी NX, ये की हुंदा वा, ये FX हुंदा वा। सो NR μr-1 1/PQ, ये की बन जूगा अपने कोले μr+1, जानी कि d/μr/dP है जिहड़ा, ये बराबर आ गया। इत्थों इहदी वैल्यू कढ लो, सारे नूं दूजे पासे लै जाओ, इत्थों इहदी वैल्यू कढ लो, की आऊगी, इनू इधर ले आंदा d/μr/dP, इनू इधर प्लस किया NR μr-1 1/PQ μr+1 आ गया। PQ नूं इधर ले आओ, हुण अगले स्टैप PQ प्रोडक्ट करता d/μr/dP प्लस NR μr-1 ते μr+1। सो μr+1 की वैल्यू आप कैलकुलेट कर ली। ठीक है, उस तो बाद जिवें अगलियां मूवमेंट्स आप इहदी हैल्प नाल कैलकुलेट कर सकते हैं। ये रैकरेंस रिलेशन ही है एक तरीके का राजे, जिते अगलियां वैल्यूज़ आई जांदियां, जिवें इन्हां ने मेजर ऑफ स्क्यूनेस एंड कुर्तोसिस इहदी हैल्प नाल कढ के दिखाया होया। अगे देखो राजे मॉड डिस्कस करते हैं। मॉड तुहानूं मैं दस्सिया सीगा डेफिनेशन, एक तरीके नाल मैक्सिमा हुंदा है। ठीक है, मैक्सिमा किसी फंक्शन का, पर बाइनोमियल डिस्ट्रीब्यूशन च जदों भी गल आ गई, ये हैगा डिस्क्रीट, तो कोई भी डिस्क्रीट चीज़ है ना, जिहड़ा फंक्शन सॉरी वेरीएबल, जदों इनपुट डिस्क्रीट आ तो उत्थे आपां डेरीवेटिव नहीं कर सकते। ये चीज़ याद रखियो, जिहड़ा तुसीं सीक्वेंस पढ़ के आए हो, मैं शायद उदों भी आपां डिस्कस किया सी, एक सीक्वेंस नूं एज ए फंक्शन तो पढ़ सकते हैं, पर उहदा डेरीवेटिव नहीं कर सकते आपां, क्योंकि उहदी डोमेन आ जिहड़ी ਉਹ डिस्क्रीट आ। वो पॉइंट जे तुसीं ड्रॉ करके देख लो, एक सीक्वेंस नूं वो ब्रेक होया फंक्शन बनूगा, डॉट जे बनणगे। सो डॉट्स ते जिन्ने मर्जी टेंजेंट ड्रॉ कर लो, कोई प्रॉब्लम मतलब वो प्रॉब्लम ही प्रॉब्लम आ बेसिकली, क्योंकि वो समूथ फंक्शन नहीं बनूगा। ठीक है, सो इत्थे डिस्क्रीट च भी सेम काम आउंदा। बाइनोमियल की जिहड़ी इनपुट आ, जे तुसीं देखो फंक्शन की, ये 0 1 2 अप टू सो ऑन इदां, तो फंक्शन जदों तुसीं इहदा ड्रॉ करोगे ना, ये इदां बनूगा, तो फिर टेंजेंट्स जिन्ने मर्जी ड्रॉ कर लो। सो इत्थे मैक्सिमा मिनिमा डिस्कस करना, मॉड डिस्कस करना, पर पॉइंट पुट कर करके देखा सीधा नहीं डिस्कस होंदा। ठीक है, तो इत्थे आपां सब तो पहला फंक्शन है जिहड़ा, ये तुहानूं पता ही है किहड़ा, NC(x) P(x) Q दी n-x। ये थोड़े जे +2 वाले फार्मूले चाहिए, NCR सॉल्व करने वाले, वो तुहानूं पता होने चाहिए। एक चीज़ नोट करो, हुण इत्थे मान लो लैट x बी द मॉड, तुसीं होर भी मान सकते हो, मैं मान लिया x मॉड आ, तो की होऊगा, x ते जदों वैल्यू मैं पुट करूँगा वो की आऊगी, मैक्सिमम। ठीक है, सो जे मैं x चो कुछ घटाऊँगा तो वैल्यू है जिहड़ी किहदी है, x वाले दी कोई मैक्सिमम रहूगी। तो एक होर चीज़ है, जे इहदे च वैल्यू मैं जोड़ूँगा ਤਾਂ ਵੀ x वाले की कोई मैक्सिमम रहूगी। ये चीज़ याद रखियो, कई स्टूडेंट इत्थे साइन घुमा देंगे जो x+1 विच आउंदा, तुसीं ये तां समझो ना भी x मॉड है, मॉड मतलब मैक्सिमा, मैक्सिमा मतलब उहदे ते इनपुट देण ते वैल्यू मैक्सिमम आऊगी। तो इन्हां चों पहलां इहनूं मैं सॉल्व करूँगा, बाद च इहनूं तुहाडे ते छड्ड दूँगा। इहनूं सॉल्व करन लगा मैं fx ओवर fx -1, इहनूं उधर लै गया, की आऊगा 1 तो वड्डा। ठीक है, अपने कोले
ਇਹਨੂੰ ਸੋਲਵ ਕਰ ਲਓ, ਕੀ ਆ ਗਿਆ ਐਨ ਸੀ, ਇਹਨੂੰ ਭੁੱਲ ਜਾਓ ਹਜੇ ਫਿਲਹਾਲ, ਐਨ ਸੀ ਐਕਸ ਪੀ ਦੀ ਐਕਸ ਕਿਊ ਦੀ ਐਨ ਮਾਈਨਸ ਐਕਸ, ਐਨ ਸੀ ਐਕਸ ਮਾਈਨਸ 1 ਪੀ ਦੀ ਐਕਸ ਮਾਈਨਸ 1 ਕਿਊ ਦੀ ਐਨ ਐਕਸ ਮਾਈਨਸ 1। ਠੀਕ ਹੈ, ਇਹ ਆ ਗਿਆ ਗ੍ਰੇਟਰ ਦੈਨ 1। ਹੁਣ ਇਹਨੂੰ ਸੋਲਵ ਕਰਨਾ ਤੁਸੀਂ, ਇਹ ਜਿਹੜਾ ਸਾਰਾ ਰਿਲੇਸ਼ਨ ਬਣ ਗਿਆ ਇਹਨੂੰ ਸੋਲਵ ਕਰਕੇ ਤੁਹਾਡਾ ਇਹ ਆ ਜਾਊਗਾ। ਮੈਂ ਬੁੱਕ ਤੋਂ ਦੇਖ ਕੇ ਲਿਖ ਲਿਆ ਕਿਉਂਕਿ ਇਹ +2 ਵਾਲਾ ਕੰਮ ਇੱਕ ਵਾਰੀ ਕਰਕੇ ਦੇਖ ਲਿਓ, ਜੇ ਨਾ ਹੋਇਆ ਮੈਨੂੰ ਪੁੱਛ ਲਿਓ। ਐਕਸ ਕਿਊ ਇਹ ਚੀਜ਼ ਬਣ ਜੂਗੀ, ਅਤੇ ਦੂਜੇ ਪਾਸੇ ਕੀ ਹੈ ਗ੍ਰੇਟਰ ਦੈਨ 1। ਠੀਕ ਹੈ, ਹੁਣ ਇਹਨੂੰ ਸਿੰਪਲੀਫਾਈ ਕਰਨਾ ਸ਼ੁਰੂ ਕਰੋ। ਠੀਕ ਹੈ, ਇਹ ਕਦੋਂ ਹੋਊਗਾ, ਇਹਨੂੰ ਉੱਧਰ ਲੈ ਜਾਓ ਐਨ ਪੀ ਮਾਈਨਸ ਐਕਸ ਪੀ ਪਲੱਸ ਪੀ, ਅਤੇ ਇਹਨੂੰ ਉੱਧਰ ਲੈ ਜਾਓ ਐਕਸ ਕਿਊ, ਇਹਨੂੰ ਇੱਧਰਲੇ ਪਾਸੇ ਲਿਆਓ ਐਨ ਪਲੱਸ ਪੀ ਵਾਲਾ, ਇਹਨੂੰ ਕੰਬਾਈਂਡ ਕਰ ਦਿਓ ਐਨ ਪਲੱਸ 1 ਪੀ, ਅਤੇ ਇਹਨੂੰ ਉੱਧਰਲੇ ਪਾਸੇ ਲੈ ਜਾਈਏ ਜੇ ਕੀ ਆਊਗਾ ਐਕਸ ਪੀ ਪਲੱਸ ਐਕਸ ਕਿਊ। ਠੀਕ ਹੈ, ਆਪਣੇ ਕੋਲ ਕੀ ਆ ਗਿਆ ਐਨ ਪਲੱਸ 1 ਪੀ ਗ੍ਰੇਟਰ ਦੈਨ ਐਕਸ ਪੀ ਪਲੱਸ ਕਿਊ। ਹੁਣ ਪੀ ਪਲੱਸ ਕਿਊ ਤੁਹਾਨੂੰ ਪਤਾ ਹੀ ਹੈ ਕੀ ਹੁੰਦੀ ਹੈ, ਐਨ ਪਲੱਸ 1 ਪੀ ਗ੍ਰੇਟਰ ਦੈਨ ਐਕਸ, ਸੋ ਪੀ ਪਲੱਸ ਕਿਊ 1 ਹੁੰਦਾ। ਠੀਕ ਹੈ, ਇੱਥੇ 1 ਆ ਗਿਆ, ਯਾਨੀ ਕਿ ਜੋ ਵੀ ਹੈ ਮੋਡ ਐਕਸ ਮੋਡ ਸੀ ਨਾ, ਯਾਨੀ ਕਿ ਮੋਡ ਆ ਜਿਹੜਾ ਤੁਹਾਡਾ ਐਕਸ ਮੋਡ ਸੀ ਉਹ ਛੋਟਾ ਹੋਊਗਾ ਐਨ ਪਲੱਸ 1 ਪੀ ਤੋਂ। ਐਨ ਕੀ ਸੀਗਾ ਨੰਬਰ ਆਫ ਟਰਾਇਲਸ, ਪੀ ਕੀ ਸੀਗਾ ਪ੍ਰੋਬਿਲਟੀ ਆਫ ਸਕਸੈਸ, ਯਾਨੀ ਕਿ ਇਹਨਾਂ ਦੋਹਾਂ ਦੀ ਐਨ ਪਲੱਸ 1 ਤੇ ਪੀ ਦੀ ਪ੍ਰੋਡਕਟ ਤੋਂ ਛੋਟਾ ਹੋਊਗਾ ਮੋਡ। ਇੱਕ ਚੀਜ਼ ਤਾਂ ਪਤਾ ਲੱਗੀ। ਹੁਣ ਦੂਜਾ ਰਿਲੇਸ਼ਨ ਜਿਹੜਾ ਮੈਂ ਇੱਥੇ ਲਿਖਿਆ ਸੀ ਉਹਨੂੰ ਸੋਲਵ ਕਰ ਲੈਣਾ ਆਪਾਂ। ਠੀਕ ਹੈ, ਉਹਨੂੰ ਸੋਲਵ ਕਰਕੇ ਦੇਖਦੇ ਹਾਂ ਕੀ ਆਉਂਦਾ। ਐਫ ਐਕਸ ਪਲੱਸ 1 ਇਹ ਛੋਟਾ ਹੋਊਗਾ ਐਫ ਐਕਸ ਤੋਂ ਕਿਉਂਕਿ ਐਕਸ ਮੋਡ ਹੈ। ਹੁਣ ਇਹਨੂੰ ਫੇਰ ਉੱਧਰ ਲੈ ਜਾਓ ਐਫ ਐਕਸ ਓਵਰ ਐਫ ਐਕਸ ਪਲੱਸ 1 ਕੀ ਆਊਗਾ, ਇਹ ਵੱਡਾ ਆ ਗਿਆ 1 ਤੋਂ, ਜਾਂ ਇਹਦਾ ਰੈਸੀਪ੍ਰੋਕਲ ਦੇਖੋਗੇ ਤਾਂ ਇਹ ਕੀ ਆਊਗਾ 1 ਤੋਂ ਛੋਟਾ ਆਊਗਾ। ਠੀਕ ਹੈ, ਇਹਦੀ ਵੈਲਿਊ ਫੇਰ ਪੁੱਟ ਕਰ ਦਿਓ ਐਫ ਐਕਸ 'ਚ, ਐਫ ਐਕਸ ਕੀ ਸੀਗਾ ਐਨ ਸੀ ਐਕਸ ਪੀ ਦੀ ਐਕਸ ਕਿਊ ਐਨ ਮਾਈਨਸ ਐਕਸ, ਅਤੇ ਐਕਸ ਦੀ ਜਗ੍ਹਾ ਐਕਸ ਪਲੱਸ 1 ਕਰੋਗੇ ਕੀ ਆਊਗਾ ਐਨ ਸੀ ਐਕਸ ਪਲੱਸ 1 ਪੀ ਦੀ ਐਕਸ ਪਲੱਸ 1 ਕਿਊ ਦੀ ਐਨ ਮਾਈਨਸ ਐਕਸ ਪਲੱਸ 1 ਲੈਸ ਦੈਨ 1 ਆ ਗਿਆ। ਹੁਣ ਇਹਨੂੰ ਫੇਰ ਸਿੰਪਲੀਫਾਈ ਕਰਨਾ, ਇਹ ਫਾਰਮੂਲਾ ਤੁਹਾਡੀ ਬੁੱਕ 'ਚ ਵੀ ਲਿਖਿਆ ਹੋਇਆ ਇੱਕ, ਉਹ ਦੇਖ ਲਿਓ ਐਨ ਸੀ ਆਰ ਮਾਈਨਸ 1 ਇਹਦੀ ਵੈਲਿਊ ਕੀ ਆਉਂਦੀ ਹੈ ਐਨ ਮਾਈਨਸ ਆਰ ਪਲੱਸ 1 ਓਵਰ ਆਰ। ਇਹ ਫਾਰਮੂਲੇ ਨੂੰ ਰੱਟੇ ਮਾਰ ਲਓ, ਇੱਥੇ ਆਰ ਦੇ ਪਹਿਲਾਂ ਤਾਂ ਆਰ ਨੂੰ ਆਇਡੈਂਟੀਫਾਈ ਕਰਿਓ ਵੀ ਆਰ ਹੈ ਕੀ ਹੈ, ਇੱਥੇ ਕੀ ਆਰ ਬਣਦਾ ਵਾ। ਠੀਕ ਹੈ, ਉਸ ਹਿਸਾਬ ਨਾਲ ਆਪੇ ਤੁਹਾਨੂੰ ਪਤਾ ਲੱਗ ਜਾਣਾ ਵੀ ਕੀ ਬਣਦਾ। ਦੇਖੋ ਇਹ ਤਾਂ ਇਹ ਚੀਜ਼ ਹੈ ਜਿਹੜੀ ਇਹ ਤਾਂ ਸਿੱਧੀ ਕੈਂਸਲ ਹੋ ਜਾਣੀ ਆ, ਆਪਾਂ ਇਹਨੂੰ ਸੋਲਵ ਕਰਨਾ ਐਨ ਸੀ ਐਕਸ ਪਲੱਸ 1 ਐਨ ਸੀ ਐਕਸ, ਇਹਦੀ ਜਗ੍ਹਾ ਦੇਖ ਲਿਓ ਕੀ ਆਊਗਾ। ਠੀਕ ਹੈ, ਉਹ ਤੁਹਾਨੂੰ ਆਪੇ ਪਤਾ ਲੱਗੇ, ਇਹ ਤਾਂ ਇੱਕ ਦੂਜੇ ਨਾਲ ਕੱਟੇ ਕੁੱਟੇ ਜਾਣੇ ਆ ਇੱਥੇ, ਅਤੇ ਇਹ ਆਪਣੇ ਕੋਲ ਆ ਗਿਆ ਐਨ ਮਾਈਨਸ ਐਕਸ ਪੀ ਐਕਸ ਪਲੱਸ 1 ਕਿਊ। ਇਹਨਾਂ ਨੂੰ ਕੱਟ ਕੇ ਗਿਆ ਤਾਂ ਇੱਥੇ ਪੀ ਬਾਈ ਕਿਊ ਆ ਜਾਊਗਾ, ਪਰ ਜਿਹੜਾ ਇਹ ਐਨ ਵਾਲੀ ਐਨ ਸੀ ਐਕਸ ਪਲੱਸ 1 ਇਹਨਾਂ ਨੂੰ ਕੱਟ ਕੇ ਇਹ ਚੀਜ਼ ਬਣਦੀ ਹੈ, ਉਹ ਇਹ ਫਾਰਮੂਲੇ ਨਾਲ ਪਤਾ ਲੱਗੂਗੀ ਕੀ ਆ ਗਿਆ ਲੈਸ ਦੈਨ 1। ਇਹਨੂੰ ਹੁਣ ਸਿੰਪਲੀਫਾਈ ਕਰੋ ਐਨ ਪੀ ਮਾਈਨਸ ਐਕਸ ਪੀ, ਇਹ ਕੀ ਆਊਗਾ ਐਕਸ ਕਿਊ ਪਲੱਸ ਕਿਊ। ਹੁਣ ਇਹਨੂੰ ਸੋਲਵ ਕਰੋ ਐਨ ਪੀ ਮਾਈਨਸ ਕਿਊ ਨੂੰ ਇੱਧਰ ਲੈ ਆਏ ਐਕਸ ਪੀ ਅਤੇ ਐਕਸ ਕਿਊ ਉੱਧਰ ਐਡ ਹੋ ਗਿਆ, ਐਨ ਪੀ ਮਾਈਨਸ ਇਹਨੂੰ 1 ਮਾਈਨਸ ਪੀ ਭਰ ਲਓ, ਇੱਧਰ ਕੀ ਆ ਗਿਆ ਐਕਸ ਪੀ ਪਲੱਸ ਕਿਊ, ਯਾਨੀ ਕਿ ਐਨ ਪੀ ਐਨ ਦੀ ਜਗ੍ਹਾ 'ਤੇ ਐਨ ਪਲੱਸ 1 ਬਣ ਜੂਗਾ, ਪੀ ਆ ਗਿਆ ਨਾ, ਅਤੇ ਇਹ ਮਾਈਨਸ 1 ਆ ਗਿਆ, ਅਤੇ ਇੱਧਰ ਐਕਸ, ਯਾਨੀ ਕਿ ਜੋ ਵੀ ਆ ਮੋਡ ਆ ਜਿਹੜਾ ਉਹ ਵੱਡਾ ਹੋਊਗਾ ਕਿਹੜੇ ਨੰਬਰ ਤੋਂ ਇਸ ਨੰਬਰ ਤੋਂ। ਯਾਨੀ ਕਿ ਪਹਿਲਾਂ ਕੀ ਆਇਆ ਸੀ ਮੋਡ ਛੋਟਾ ਆਇਆ ਸੀਗਾ ਕਿਹੜੇ ਨੰਬਰ ਤੋਂ ਇਸ ਨੰਬਰ ਤੋਂ, ਹੁਣ ਵੱਡਾ ਆ ਗਿਆ ਇਸ ਨੰਬਰ ਤੋਂ। ਯਾਨੀ ਕਿ ਮੋਡ ਕਿਹਦੇ ਵਿਚਾਲੇ ਆ ਗਿਆ ਆਪਣੇ ਕੋਲੇ ਮੋਡ, ਯਾਨੀ ਕਿ ਜਿਹੜਾ ਐਕਸ ਆ ਉਹ ਕਿਹਦੇ ਵਿਚਾਲੇ ਆ ਗਿਆ, ਉਹ ਐਨ ਪਲੱਸ 1 ਪੀ ਤੋਂ ਤਾਂ ਛੋਟਾ ਅਤੇ ਐਨ ਪਲੱਸ 1 ਪੀ 'ਚੋਂ ਜੇ ਇੱਕ ਘਟਾ ਦਈਏ ਤਾਂ ਇਸ ਤੋਂ ਵੱਡਾ। ਠੀਕ ਹੈ, ਸੋ ਹੁਣ ਆਪਾਂ ਦੇਖਣਾ ਇਹ ਕੇਸ ਡਿਸਕਸ ਕਰਕੇ ਵੀ ਕੀ ਹੋ ਸਕਦਾ, ਇਹਦੇ ਵਿੱਚ ਕਿਹੜੇ ਨੰਬਰ ਆਉਂਦੇ ਆ। ਠੀਕ ਹੈ, ਸੋ ਕੇਸ 1 ਆ ਜਿਹੜਾ ਉਹ ਕੀ ਆ ਗਿਆ, ਜੇ ਐਨ ਪਲੱਸ 1 ਪੀ ਇਜ਼ ਨੋਟ ਐਨ ਇੰਟੀਜ਼ਰ, ਜੇ ਇਹ ਇੰਟੀਜ਼ਰ ਨਹੀਂ ਹੈਗਾ, ਦੈਨ ਉਹ ਕਹਿੰਦਾ ਮੋਡ ਕੀ ਆਊਗਾ, ਜਿਹੜਾ ਮੋਡ ਆ ਉਹ ਇਹਦਾ ਗ੍ਰੇਟੈਸਟ ਇੰਟੀਜ਼ਰ ਲਾ ਦੇਣਾ ਆਪਾਂ ਐਨ ਪਲੱਸ 1 ਪੀ ਦਾ। ਗ੍ਰੇਟੈਸਟ ਇੰਟੀਜ਼ਰ ਤੁਹਾਨੂੰ ਮੈਂ ਦੱਸਿਆ ਹੋਇਆ ਪਹਿਲਾਂ ਵੀ ਕੀ ਹੁੰਦਾ ਗ੍ਰੇਟੈਸਟ ਇੰਟੀਜ਼ਰ ਫੰਕਸ਼ਨ। ਜੇ ਕੇਸ 2 ਆ ਇਹਦਾ ਆ ਗਿਆ ਜੇ ਇਹ ਇੰਟੀਜ਼ਰ ਹੋ ਗਿਆ,
ਦੈਨ ਇਹਦਾ ਮੋਡ ਆ ਜਿਹੜਾ ਦੂਜਾ ਕੇਸ ਆ ਜਿਹੜਾ ਉਹਦੇ ਦੇਖੋ ਜਦੋਂ ਇਹ ਇੰਟੀਜ਼ਰ ਆ ਤਾਂ ਆਪਣੇ ਕੋਲੇ ਮੋਡ ਆ ਜਿਹੜਾ ਉਹ ਕੀ ਆਊਗਾ, ਇੱਕ ਤਾਂ ਇਹੀ, ਇਹ ਮੈਂ ਤੁਹਾਨੂੰ ਦੱਸਦਾ ਵੀ ਕਿਉਂ, ਇੱਕ ਇਸੇ ਚੋਂ ਇੱਕ ਘਟਾ ਦੇਈਦਾ ਹੁੰਦਾ। ਹੁਣ ਇੱਕ ਚੀਜ਼ ਦੇਖੋ ਵੀ ਜਦੋਂ ਇਹ ਇੰਟੀਜ਼ਰ ਹੀ ਹੈ ਫਿਰ ਗ੍ਰੇਟੈਸਟ ਇੰਟੀਜ਼ਰ ਆਫ ਇੰਟੀਜ਼ਰ ਕੀ ਹੁੰਦਾ, ਸੇਮ। ਸੋ ਗ੍ਰੇਟੈਸਟ ਇੰਟੀਜ਼ਰ ਪਾਉਣ ਦੀ ਤਾਂ ਲੋੜ ਹੀ ਨਹੀਂ ਫਿਰ, ਜਾਣੀ ਕਿ ਸੈਕਿੰਡ ਕੇਸ 'ਚ ਮੋਡ ਇਹ ਆ ਗਿਆ ਆਪਣੇ ਕੋਲੇ, ਦੋ ਮੋਡ ਆ ਗਏ, ਇੱਥੇ ਇੱਕ ਹੀ ਸੀਗਾ। ਹੁਣ ਇਹ ਚੀਜ਼ ਦੇਖੋ ਵੀ ਥੋੜ੍ਹਾ ਜਿਹਾ ਨਾ ਇੱਕ ਕੁਐਸਚਨ ਆਪਣਾ ਪੂਰਾ ਹੋ ਗਿਆ, ਥੋੜ੍ਹਾ ਜਿਹਾ ਰਫ ਕੰਮ 'ਚ ਆਪਾਂ ਡਿਸਕਸ ਕਰਦੇ ਹਾਂ। ਅੱਜ ਆਪਣਾ ਇੱਕ ਹੀ ਲੈਕਚਰ ਆ, ਮੈਨੂੰ ਕਨਫਿਊਜ਼ਨ ਹੋ ਗਈ ਸੀ ਪਹਿਲਾਂ, ਮੈਂ ਸੋਚਿਆ ਕਿਤੇ ਅੱਜ ਵੀਰਵਾਰ ਆ, ਅੱਜ ਤਾਂ ਬੁੱਧਵਾਰ ਆ। ਅਤੇ 40 ਕੁ ਮਿੰਟ 5 ਮਿੰਟ ਹੋਰ ਲਾ ਲਓ ਬਸ, ਫਿਰ ਆਪਾਂ ਅਗਲੀ ਕਲਾਸ ਦਾ ਮੈਂ ਦੇਖਦਾ। ਇੱਕ ਚੀਜ਼ ਇੱਥੇ ਧਿਆਨ ਨਾਲ ਦੇਖੋ ਵੀ ਜੇ ਇਹ ਜਿਹੜਾ ਹੈ n+1 ਨੋਨ ਇੰਟੀਜ਼ਰ ਹੋਵੇ, ਮੰਨ ਲਓ ਇਹ n+1 p ਹੈ ਜਿਹੜਾ, ਇਹ ਤੁਹਾਡਾ ਆ ਗਿਆ 3/2, ਠੀਕ ਹੈ। ਤਾਂ ਇਹਨਾਂ ਨੇ ਕਿਉਂ ਚੁਣਿਆ ਇਹੀ, ਇੱਕ ਚੀਜ਼ ਦੇਖੋ ਵੀ ਜਿਹੜੀਆਂ x ਦੀਆਂ ਵੈਲਿਊਜ਼ ਆ ਉਹ ਕੀ ਆਉਣੀਆਂ ਹੋਣੀਆਂ, ਉਹ 0 1 2 3 ਅਪ ਟੂ ਸੋ ਇਹ ਆਉਣਾ, ਠੀਕ ਹੈ। ਇਹਨਾਂ ਨੂੰ ਡਰੋ ਕਰੋ ਇੱਥੇ 0 1 2 3/2 ਇੱਥੇ ਹੋਊਗਾ ਨਾ, 3/2 1.5। ਇਹਦੇ 'ਚ ਕੀ ਆ, ਹੁਣ x ਦੀ ਵੈਲਿਊ ਜਿਹੜੇ ਆਪਾਂ ਨੂੰ ਕੀ ਕਿਹਾ ਹੋਇਆ ਵੀ ਆਪਾਂ ਇਹਦੇ ਤੋਂ ਉੱਤੇ ਨਹੀਂ ਜਾਣਾ, ਠੀਕ ਹੈ। ਗ੍ਰੇਟੈਸਟ ਇੰਟੀਜ਼ਰ ਆ ਨਾ ਜਿਹੜਾ, ਉਹ ਕੀ ਹੁੰਦਾ x, ਗ੍ਰੇਟੈਸਟ ਇੰਟੀਜ਼ਰ ਆਫ f ਇੱਦਾਂ ਐਡ ਹੋਇਆ ਹੁੰਦਾ, ਜਾਣੀ ਕਿ ਇਹ ਹਮੇਸ਼ਾ ਹੀ ਗ੍ਰੇਟੈਸਟ ਇੰਟੀਜ਼ਰ ਆ ਜਿਹੜਾ ਉਹ x ਤੋਂ ਛੋਟਾ ਹੀ ਹੁੰਦਾ, ਠੀਕ ਆ। ਜਾਣੀ ਕਿ x ਤੋਂ ਤਾਂ ਇਹ ਛੋਟਾ ਹੀ ਰਹਿਣਾ, ਜਾਣੀ ਕਿ ਆਪਣਾ ਜਿਹੜਾ ਇਹ ਨੰਬਰ ਆ, ਜੇ ਕੋਈ ਨੰਬਰ ਇਸ ਤੋਂ ਵੀ ਛੋਟਾ ਆ ਗਿਆ ਉਹ ਆਟੋਮੈਟਿਕਲੀ ਇਸ ਤੋਂ ਛੋਟਾ ਤਾਂ ਹੋਊਗਾ ਹੀ। ਦੇਖੋ ਮੇਰੀ ਗੱਲ ਸੁਣੋ, ਜੇ ਕੋਈ ਗ੍ਰੇਟੈਸਟ ਇੰਟੀਜ਼ਰ ਤੋਂ ਛੋਟਾ ਮੰਨ ਲਓ l ਆ, ਤਾਂ ਆਟੋਮੈਟਿਕਲੀ l x ਤੋਂ ਤਾਂ ਛੋਟਾ ਹੋ ਹੀ ਗਿਆ। ਜਾਣੀ ਕਿ ਜੇ ਕੋਈ ਗ੍ਰੇਟੈਸਟ ਇੰਟੀਜ਼ਰ n+1 p = 3/2, ਸੌਰੀ ਇਹਦੇ ਗ੍ਰੇਟੈਸਟ ਇੰਟੀਜ਼ਰ ਤੋਂ ਛੋਟਾ, ਉਹ ਆਟੋਮੈਟਿਕਲੀ n+1 p ਤੋਂ ਤਾਂ ਛੋਟਾ ਹੋ ਹੀ ਜਾਣਾ, ਅਤੇ ਆਪਾਂ ਨੂੰ ਚਾਹੀਦਾ ਵੀ ਇਹੀ ਹੈ, ਇਸ ਤੋਂ ਛੋਟਾ ਹੀ ਚਾਹੀਦਾ। ਸੋ ਆਪਾਂ ਗ੍ਰੇਟੈਸਟ ਇੰਟੀਜ਼ਰ ਤੋਂ ਹੀ ਛੋਟਾ ਲੱਭ ਲੈਣਾ, ਠੀਕ ਹੈ। ਹੁਣ ਇਹਦਾ ਗ੍ਰੇਟੈਸਟ ਇੰਟੀਜ਼ਰ ਕੀ ਆਊਗਾ 1, ਇਹ ਪੁਆਇੰਟ ਆ ਗਿਆ ਆਪਣਾ ਮੋਡ ਦਾ। ਹੁਣ ਇੱਕ ਚੀਜ਼ ਕਨਫਿਊਜ਼ਨ ਆਉਂਦੀ ਵੀ ਇਹਨੂੰ ਹੀ ਕਿਉਂ ਨਹੀਂ ਸਿਲੈਕਟ ਕਰ ਲਿਆ ਆਪਾਂ, ਮੋਡ ਹੁੰਦਾ ਇਨਪੁੱਟ 'ਚੋਂ, ਇਨਪੁੱਟ ਦੀਆਂ ਵੈਲਿਊ ਕਿਹੋ ਜਿਹੀਆਂ 0 1 2 3, ਇੰਟੀਜ਼ਰਸ ਆਏ ਤਾਂ ਫ੍ਰੈਕਸ਼ਨ ਥੋੜ੍ਹੀ ਹੋਣੀ ਚਾਹੀਦੀ ਸੀ। ਸੋ ਤਾਂ ਕਰਕੇ ਇਹਨੇ ਗ੍ਰੇਟੈਸਟ ਇੰਟੀਜ਼ਰ ਲਾ ਕੇ ਜਿਹੜਾ ਜਮਾਂ ਨਾਲ ਦਾ ਇੱਧਰਲਾ ਇੰਟੀਜ਼ਰ ਇਹ ਰੱਖ ਲਿਆ, ਕਿਉਂਕਿ ਹੁਣ ਤੁਹਾਡੇ ਦਿਮਾਗ 'ਚ ਆਊਗਾ ਵੀ ਸਰ ਅਸੀਂ 2 ਰੱਖ ਲੈਂਦੇ, ਜੇ 2 ਰੱਖ ਲੈਂਦੇ ਰਾਜੇ ਇਹ ਤੋਂ ਵੱਡਾ ਹੋ ਜਾਣਾ ਸੀ, ਉਹ 2 ਆ ਜਿਹੜਾ 3/2 ਤੋਂ ਵੱਡਾ ਹੁੰਦਾ। ਸੋ ਉਹ ਤੋਂ ਵੱਡਾ ਤਾਂ ਹੋ ਹੀ ਨਹੀਂ, ਹੋਣਾ ਹੀ ਨਹੀਂ ਚਾਹੀਦਾ, ਇਹ ਤਾਂ ਪੰਗਾ ਪੈ ਜਾਊਗਾ ਫਿਰ। ਸੋ ਫਿਰ ਕਿਹੜਾ ਨੈਕਸਟ ਨੰਬਰ ਆਊਗਾ, 1 ਹੀ ਆਊਗਾ, ਹੋਰ ਕਿਹੜਾ ਆਊਗਾ, ਠੀਕ ਆ। ਸੋ ਇੱਥੇ ਗ੍ਰੇਟੈਸਟ ਇੰਟੀਜ਼ਰ, ਸੋ 1 ਹੀ ਹੈ ਜਿਹੜਾ ਇਹਨੂੰ ਸੈਟਿਸਫਾਈ ਕਰਦਾ। ਜੇ ਗ੍ਰਾਫਿਕਲੀ ਗ੍ਰੇਟੈਸਟ ਇੰਟੀਜ਼ਰ ਵਾਲਾ ਕੰਸੈਪਟ ਬਾਹਰ ਰੱਖ ਕੇ ਸੋਚ ਕੇ ਸਿੱਧਾ 3/2 ਇਹ ਪਿਆ, x ਦੀ ਵੈਲਿਊ ਕਿਹੜੀ ਹੈ 1 0 2। ਹੁਣ ਮੈਂ ਤੁਹਾਨੂੰ ਕਹਿੰਦਾ ਇਸ ਤੋਂ ਛੋਟੀ ਇੰਟੈਗਰਲ ਵੈਲਿਊ ਦੱਸ ਦਿਓ ਕਿਹੜੀ ਹੈ, ਤੁਸੀਂ ਕਹੋਗੇ ਜੀ 1, ਖਤਮ ਹੋ ਗਿਆ ਕਿੱਸਾ। ਇਹ ਹੈ ਨਾ ਤੁਹਾਡਾ n+1 p, ਇਹੀ ਪਿਆ ਨਾ, ਇਸ ਤੋਂ ਛੋਟਾ ਚਾਹੀਦਾ ਮੋਡ, ਸੋ ਤੁਸੀਂ ਕਹੋਗੇ ਇਹ ਆ ਜੀ। ਅਤੇ ਇੱਕ ਗੱਲ ਹੋਰ ਆ, ਇਹ ਮੋਡ ਕਿਸੇ ਤੋਂ ਵੱਡਾ ਵੀ ਚਾਹੀਦਾ, ਉਹ ਨੰਬਰ ਕਿਹੜਾ ਜਿਸ ਤੋਂ ਵੱਡਾ ਚਾਹੀਦਾ, ਤੁਸੀਂ ਕਹੋਗੇ ਜੀ ਐਂ ਤਾਂ ਫਿਰ 0 ਵੀ ਅਸੀਂ ਮੋਡ ਲੈਣਾ, ਐਂ ਵੀ ਨਹੀਂ ਲੈ ਸਕਦੇ। ਕਿਉਂ ਨਹੀਂ ਲੈ ਸਕਦੇ, ਦੇਖੋ ਮੋਡ ਕੀ ਤੋਂ ਵੱਡਾ, n+1 p ਹੈ ਜਿਹੜਾ 3/2 ਲੈ ਲਿਆ, ਮੋਡ ਆ ਜਿਹੜਾ ਤੁਹਾਡਾ 3/2 ਤੋਂ ਛੋਟਾ ਆਵੇ ਅਤੇ ਇਸ ਤੋਂ ਵੱਡਾ ਆਵੇ, ਇਹ ਕੀ n+1 p ਚੋਂ ਇੱਕ ਘਟਾਇਆ ਹੋਇਆ, ਜਾਣੀ ਕਿ 3/2 ਚੋਂ ਇੱਕ ਘਟਾ ਦਿਓ, ਕੀ ਆ ਗਿਆ 1/2, ਜਾਣੀ ਕਿ 1/2 ਤੋਂ ਵੱਡਾ ਵੀ ਹੋਣਾ ਚਾਹੀਦਾ। ਹੁਣ ਦੇਖ ਲਓ ਇਹਦੇ 'ਚ ਇੰਟੈਗਰਲ ਵੈਲਿਊ ਕਿਹੜੀਆਂ ਆਉਂਦੀਆਂ, 0 ਆਉਂਦੀ ਹੈ ਨਾ, 1 ਆਉਂਦੀ ਹੈ ਹਾਂ, 2 ਆਉਂਦੀ ਹੈ ਨਾ, ਸੋ 1 ਹੀ ਰਹਿ ਗਈ ਨਾ ਇਕਲੌਤੀ ਇਸ ਇੰਟਰਵਲ 'ਚ ਤਾਂ। ਸੋ ਇਹ ਵੈਲਿਊ ਹੈ ਜਿਹੜੀ, ਇਹ ਬਾਹਲਾ ਸੋਚਣ ਦੀ ਨਹੀਂ ਲੋੜ ਪੈਂਦੀ, ਇਹ ਸਿੱਧਾ ਹੀ n+1 p ਦਾ ਗ੍ਰੇਟੈਸਟ ਇੰਟੀਜ਼ਰ ਮਾਰੋ, ਸਿੱਧਾ ਹੀ ਆਪੇ ਹੀ ਆ ਜਾਣਾ ਇਹ 3/2 ਦਾ ਗ੍ਰੇਟਰ ਦੈਨ 1, ਉਹ ਆਪੇ ਹੀ ਲੱਭ ਜਾਂਦਾ, ਸੋਚਣ ਦੀ ਨਹੀਂ ਲੋੜ ਕੁਛ। ਸੋ ਤਾਂ ਇਹਨਾਂ ਨੇ ਇਹ ਸਾਰਾ ਕੁਝ ਡਿਸਕਸ ਕਰਕੇ ਕਹਿਤਾ ਵੀ ਜਦੋਂ ਇਹ ਨੋਨ ਇੰਟੀਜ਼ਰ ਆ ਗਿਆ ਤਾਂ ਮੋਡ ਇਹੀ ਆ ਜਾਊਗਾ, ਹਮੇਸ਼ਾ ਹੀ ਆਉਂਦਾ ਹੈ। ਹੁਣ ਗੱਲ ਕਰੀਏ ਇਸ ਕੇਸ ਦੀ, ਜਦੋਂ ਇਹ ਇੰਟੀਜ਼ਰ ਆ, ਉਹ ਤੁਹਾਨੂੰ ਮੈਂ ਦੱਸਦਾ ਕੀ ਹੁੰਦਾ। ਜਦੋਂ n+1 p ਇੰਟੀਜ਼ਰ ਆ ਗਿਆ, ਮੰਨ ਲਓ ਇਹ ਆ ਗਿਆ 5, ਅਤੇ ਇਹ ਕਹਿੰਦਾ ਹੁਣ ਇਹਦਾ ਗ੍ਰੇਟੈਸਟ ਇੰਟੀਜ਼ਰ ਲੈਣ ਦਾ ਤਾਂ ਕੋਈ ਫਾਇਦਾ ਨਹੀਂ ਹੈ ਨਾ, ਕਿਉਂ, ਕਿਉਂਕਿ ਇਹ ਫਿਰ 5 ਹੀ ਆ ਜਾਣਾ ਵਾ। ਉਹ ਕਹਿੰਦਾ ਫਿਰ 2 ਮੋਡ ਹੋਣਗੇ, ਇੱਕ ਤਾਂ n+1 p
ਤੇ ਇੱਕ ਇਹਦੇ ਚੋਂ ਇੱਕ ਘਟਾ ਦਿਓ n+1 p ਚੋਂ ਇੱਕ ਘਟਾਓ ਕੀ ਆਊਗਾ ਉਹ 4 5 ਚੋਂ ਇੱਕ ਘਟਾਇਆ 4 ਹੁਣ ਇਹਦੇ ਵਿੱਚ x ਦੀ ਕੋਈ ਵੈਲਿਊ ਮਿਲ ਸਕਦੀ ਹੈ ਨਾ ਕਿਉਂ ਕਿਉਂਕਿ x ਦੀਆਂ ਵੈਲਿਊ ਇੰਟੀਜ਼ਰ ਆ 4 ਤੋਂ 5 ਦੇ ਵਿੱਚ ਕਿਹੜਾ ਇੰਟੀਜ਼ਰ ਆ ਕੋਈ ਵੀ ਨਹੀਂ ਇਹ ਹੋ ਸਕਦਾ ਸਿਰਫ 4 ਤੇ 5 ਵਿੱਚ ਹੋਰ ਤਾਂ ਕੋਈ ਵੀ ਨਹੀਂ ਆਉਣਾ ਸੋ 4 ਤੇ 5 ਦੋਹਾਂ ਨੂੰ ਵੀ ਆਪਾਂ ਮੋਡ ਮੰਨ ਲਿਆ ਕਿਹੜਾ ਆ ਜਾਊਗਾ n+1 p - 1 ਤੇ n+1 p ਇਹਨੂੰ ਆਪਾਂ ਮੋਡ ਮੰਨ ਲੈਣਾ ਠੀਕ ਹੈ ਸੋ ਇਹ ਆਪਣਾ ਤੁਹਾਡਾ ਹੋ ਗਿਆ ਕੁਐਸਚਨ ਇੱਥੇ ਰਾਜੇ ਜਿਹੜਾ ਲਿਖਿਆ ਨਾ ਇਹਨੇ ਮੋਡ ਇਜ਼ ਗਿਵਨ ਬਾਈ ਦਿਸ ਸੋ ਇੱਥੇ ਆਪਾਂ ਲਿਖ ਲਿਓ ਮੋਡ ਇਜ਼ n+1 p ਐਂਡ n+1 p - 1 ਠੀਕ ਆ ਰਹਿਣ ਦਿਓ ਮੈਨੂੰ ਤਾਂ ਹੋਰ ਹੀ ਲੱਗਿਆ ਇਹ ਕੇਸ ਜੇ ਡਿਸਕਸ ਕਰਕੇ ਸਿੱਧੀ ਜੀ ਗੱਲ ਆ n+1 p ਮੋਡ ਹੋਊਗਾ ਪਰ ਉਹਦੇ ਚੋਂ ਇੱਕ ਘਟਾਓਗੇ ਜੇ ਉਹ ਵੀ ਮੋਡ ਹੋਊਗਾ ਰਾਜੇ ਇੱਕ ਚੀਜ਼ ਆ ਜਦੋਂ ਇਹ ਜਿਹਾ ਕੇਸ ਆਉਂਦਾ ਜਦੋਂ ਦੋ ਮੋਡ ਆਉਂਦੇ ਆ ਉਦੋਂ ਫੰਕਸ਼ਨ ਇਹ ਜਿਹਾ ਹੁੰਦਾ 0 ਤੇ ਵੈਲਿਊ ਇਹ ਪਈ ਆ 1 ਤੇ ਵੈਲਿਊ ਇੱਥੇ ਪਹੁੰਚ ਜਾਂਦੀ ਆ 2 ਤੇ ਵੈਲਿਊ ਇੱਥੇ ਪਹੁੰਚ ਜਾਂਦੀ ਆ 3 ਤੇ ਵੈਲਿਊ ਇੱਥੇ ਪਹੁੰਚ ਜਾਂਦੀ ਆ 4 ਤੇ ਇੱਥੇ ਪਹੁੰਚ ਜਾਂਦੀ ਆ 5 ਤੇ ਫਿਰ ਬਿਲਕੁਲ ਸੇਮ ਇੱਥੇ ਹੀ ਬਰਾਬਰ ਜਾਣੀ ਕਿ 4 ਜਦੋਂ ਇਹ ਕੇਸ ਆਊਗਾ ਨਾ ਉਦੋਂ ਫੰਕਸ਼ਨ ਇਹੋ ਜਿਹਾ ਹੀ ਹੁੰਦਾ 4 ਤੇ 5 ਤੇ ਜਮਾਂ ਬਰਾਬਰ ਤੇ ਉਸ ਤੋਂ ਬਾਅਦ 6 ਤੇ ਆ ਕੇ ਫਿਰ ਥੱਲੇ ਆਉਣ ਲੱਗ ਜਾਂਦੀ ਹੈ 7 ਤੇ ਆ ਕੇ ਉਹ ਤੋਂ ਥੱਲੇ ਆਉਣ ਲੱਗ ਜਾਂਦੀ ਯਾਨੀ ਕਿ 4 ਤੇ 5 ਤੇ ਜਮਾਂ ਬਰਾਬਰ ਹੁੰਦੀ ਹੈ ਤਾਂ ਦੋ ਮੈਕਸਿਮਮ ਵੈਲਿਊਜ਼ ਆ ਜਾਂਦੀਆਂ ਆਪਣੀਆਂ ਠੀਕ ਆ ਸੋ ਇਹ ਚੀਜ਼ ਦਾ ਧਿਆਨ ਰੱਖ ਲਿਓ ਹੁਣ ਮੋਡ ਵਾਲਾ ਕੁਐਸਚਨ ਆਪੇ ਦੇਖ ਲਿਓ ਜਦੋਂ ਤਾਂ ਆ ਗਿਆ ਇੰਟੀਜ਼ਰ ਉਦੋਂ ਤਾਂ ਇਹ ਤੇ ਇਹਦੇ 'ਚੋਂ ਇੱਕ ਘਟਾ ਕੇ ਕਿਉਂਕਿ ਦੂਜੇ ਇਹਨੂੰ ਵੀ ਮੰਨ ਸਕਦੇ ਆ ਪਰ ਇਹਨੂੰ ਇਗਨੋਰ ਨਹੀਂ ਕਰ ਸਕਦੇ ਤੇ ਜੇ ਇੰਟੀਜ਼ਰ ਨਹੀਂ ਆਇਆ ਤਾਂ ਇਹਦੇ ਤੇ ਇੰਟੀਜ਼ਰ ਪਾ ਲਓ ਉਹ ਮੋਡ ਬਣ ਜਾਂਦਾ ਉਦੋਂ ਇੱਕ ਆਉਂਦਾ ਜੇ ਇੰਟੀਜ਼ਰ ਆ ਗਿਆ ਤਾਂ ਦੋ ਆਉਂਦੇ ਸੋ ਇਹ ਤੁਹਾਡਾ ਹੋ ਗਿਆ ਠੀਕ ਆ ਬਾਕੀ ਕੱਲ੍ਹ ਨੂੰ ਦੇਖਦੇ ਹਾਂ ਰਾਜੇ ਬਾਕੀ ਜਿਹੜੀਆਂ ਨਾ ਇੱਕ ਪ੍ਰੋਪਰਟੀਆਂ ਇਹ ਜਿਹੜੀਆਂ ਵਿੱਚ ਮੈਂ ਕਰਾਉਣ ਲੱਗਾ ਸੀ ਪਹਿਲਾਂ ਫਿਰ ਮੈਂ ਕਿਹਾ ਇਹਨਾਂ ਨੂੰ ਆਪ ਹੀ ਕਰਨ ਦੇਈਏ ਮਾਈਅਰ ਆਫ ਸਕਿਊਨੈਸ ਐਂਡ ਕਰਟੋਸਿਸ ਤੁਹਾਨੂੰ ਡੈਫੀਨੇਸ਼ਨ ਦੱਸੀ ਹੋਈ ਆ ਬਹੁਤ ਘੱਟ ਟਾਈਮ ਆ ਆਪਣੇ ਕੋਲੇ ਇਹ ਤੁਸੀਂ ਆਪ ਕਰਨੀ ਆ ਡੈਰੀਵੇਟਿਵ ਕਰੀ ਜਾਣਾ ਵੈਲਿਊ μ1 ਆ ਗਈ μ2 ਕੈਲਕੂਲੇਟ ਹੋ ਜੂਗੀ ਫਿਰ μ2 ਆ ਜੂਗੀ μ3 ਕੈਲਕੂਲੇਟ ਹੋ ਜੂਗੀ ਇੱਕ ਵਾਰੀ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ ਆਪ ਜਿਹੜਾ ਰੈਕਰੈਂਸ ਰਿਲੇਸ਼ਨ ਜਿਹਾ ਬਣਾਇਆ ਸੀਗਾ ਆਪਾਂ ਇਹਦੀ ਹੈਲਪ ਨਾਲ ਮੂਵਮੈਂਟ ਅੱਛਾ ਜੇ ਤੁਸੀਂ ਕਹਿੰਦੇ ਹੋ ਅਸੀਂ ਇਹਦੀ ਹੈਲਪ ਨਾਲ ਨਹੀਂ ਕਰਨਾ ਮੂਵਮੈਂਟ ਜਨਰੇਟਿੰਗ ਫੰਕਸ਼ਨ ਦਾ ਡੈਰੀਵੇਟਿਵ ਕਰਕੇ ਕਰਨੀ ਆ ਤਾਂ ਉਵੇਂ ਕਰ ਲਓ ਤੁਹਾਡੀ ਇੱਛਾ ਜਿਵੇਂ ਮਰਜ਼ੀ ਕਰ ਲਓ ਤੁਹਾਡੀ ਮਰਜ਼ੀ ਹੈ ਹੁਣ ਆਹ 4 ਕੰਪੋਨੈਂਟਸ ਵਗੈਰਾ ਇਹ ਦੇਖਦੇ ਹਾਂ ਕੱਲ੍ਹ ਨੂੰ ਜੇ ਇਹ ਕਰਾਉਣ ਵਾਲਾ ਹੋਇਆ ਕੋਈ ਇਹਨਾਂ 'ਚੋਂ ਜੇ ਤੁਹਾਡੇ 'ਤੇ ਛੱਡਣ ਵਾਲਾ ਹੋਇਆ ਮੈਂ ਤੁਹਾਡੇ 'ਤੇ ਛੱਡੂੰਗਾ ਨੈਗੇਟਿਵ ਬਾਈਨੋਮੀਅਲ ਆਪਾਂ ਰਹਿਣ ਦੇਣੀ ਆ ਇਹ ਨਹੀਂ ਕਰਨਾ ਫਿਰ ਕੁਐਸਚਨ ਦੇਖਦੇ ਹਾਂ ਗਾਂ ਵਾਲਾ ਰਾਜੇ ਆਪਾਂ ਨੂੰ ਥੋੜ੍ਹਾ ਜਿਹਾ ਫਾਸਟ ਕਰਾਉਣਾ ਪੈਣਾ ਬਾਰ-ਬਾਰ ਮੂਵਮੈਂਟ ਜਨਰੇਟਿੰਗ ਫੰਕਸ਼ਨ ਨਹੀਂ ਮੈਂ ਕਰਵਾ ਸਕਦਾ ਫਿਰ ਉਹੀ ਮੂਵਮੈਂਟ ਅਗਲਾ ਸਿਰਫ ਫੰਕਸ਼ਨ ਬਦਲਣਾ ਅਗਲੀ ਐਕਸਰਸਾਈਜ਼ 'ਚ ਸਿਰਫ ਫੰਕਸ਼ਨ ਬਦਲਣਾ ਕੀ ਲੋੜ ਆ ਉੱਥੇ ਬਾਰ-ਬਾਰ ਐਵੇਂ ਫਿਰ ਦੁਬਾਰਾ ਕਰਾਉਣ ਦਾ ਆਪੇ ਕਰੋ ਤੁਸੀਂ ਇੰਨਾ ਕੁ ਤਾਂ ਕਰ ਹੀ ਸਕਦੇ ਹੋ